सब गुरादा पड़िया शादी दाद करे वो मार के शान पट्टे ते चढ़िया जाते फिर गई अखियां जाते फिर गई अखियां के राजगुरु सुखदेव दी जोड़ी और बुद्ध कृष्ण सिंह दा मिलिया जन्मों दी घोड़ी फांसी दे रस्से फांसी दे रस्से ओने चुमके गले विच पाया मुंहों सारे जोर नहीं नारा इनकलाब दा लाया राती तो जवानी दी हो राती तो जवानी दी ओने अड़ी जुल्म दी तोड़ी वे बुद्ध कृष्ण सिंह दा चलिया करन मौत दी घोड़ी झूठा मौत झूठ गया झूठा मौत झूठ गया हंसते अमृत और दाबीरा ओ झूठा मौत झूठ गया हंस के अमृत और दाबीरा वतना दे गैरत लगी रंगिया लाल लहू जंजीरा हिंदिया दी अणख लगी ओ हिंदिया दी अणख लगी जो बन रुते रतन छोड़ी ओ बुद्ध कृष्ण सिंह दा चलिया जन्म मौत दी घोड़ी जद कोई गबरू ओ जद कोई गबरू वाले देश तो अणख जवानी जंगू लितरा वालिया वे आवी याद होगी कुर्बानी जस कौन के जोदे दा ओ जस कौन के जोदे दा लोकी रहंदे दुनिया तोड़ी आओ बुद्ध कृष्ण सिंह दा चलिया करन मौत दी घोड़ी चलिया करन मौत दी घोड़ी चलिया करन मौत दी घोड़ी जय भीम नवा बधाई ਸਾਂਝੀਆਂ ਵਿਚਾਰਾਂ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਹੁਣੇ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਬਾਰੇ ਗੀਤ ਸੁਣਿਆ। ਅੱਜ ਦਾ ਪ੍ਰੋਗਰਾਮ ਅਸੀਂ ਖਾਸ ਲਿਖਿਆ ਹੋਇਆ ਕਿਉਂਕਿ 28 ਤਰੀਕ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸੀਗਾ। ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਨੀ ਸੀ, ਉਹ ਕਰਾਂਗੇ। पर कल या परसों 2-3 दिनों में बहुत दुखदाई घटनावां इंडिया बरतियां रहियां पहला भी, लेकिन एक खास केस होया मनीषा वाल्मीकि का, जिहदे बारे एक या अद्धा मिनट मैं गल करनी जरूर चाहांगा क्योंकि इदू बिना
ਸਾਡਾ ਪ੍ਰੋਗਰਾਮ ਜਿਹੜਾ ਉਹ ਕਰਦਾ ਮਕਸਦ ਨਹੀਂ ਰਹਿ ਜਾਂਦਾ, ਕਿਉਂਕਿ ਇੱਕ ਬਹੁਤ ਦਰਦਨਾਕ ਇੱਕ ਜ਼ੁਲਮ ਹੋਇਆ ਹੈ ਇੱਕ ਗਰੀਬ ਪਰਿਵਾਰ 'ਤੇ, ਗਰੀਬ ਬੱਚੀ 'ਤੇ, ਔਰ ਸਿੱਧੀ ਸਾਦੀ ਜਿਹੜੀ ਗੱਲ ਹੈ ਕਿ ਉਹ ਸਰਕਾਰ ਵੱਲੋਂ ਕਰਵਾਇਆ ਗਿਆ ਹੈ ਜਾਂ ਕੀਤਾ ਗਿਆ ਹੈ। ਉਹਦੇ ਬਾਰੇ ਸਾਰਿਆਂ ਨੇ ਹਾਂ ਦਾ ਨਾਰਾ ਮਾਰਨਾ ਹੈ। ਅਸੀਂ ਬੜੇ ਦੁਖਦਾਇਕ ਹਿਰਦਿਆਂ ਦੇ ਨਾਲ ਗੱਲ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਹਾਦਸੇ ਆ ਸਾਡੇ ਵਿੱਚ, ਜਿਹੜੀ ਅਸੀਂ ਮਾਨਵਤਾ ਦੀ ਗੱਲ ਕਰਦੇ ਉਹ ਕਿੱਥੇ ਗਈ ਮਾਨਵਤਾ? ਕੀ ਅਸੀਂ ਇਨਸਾਨ ਹੋਣ ਦੇ ਹੱਕਦਾਰ ਹੈ ਜਾਂ ਨਹੀਂ? ਇਹ ਫੈਸਲਾ ਆਪਾਂ ਕਰਨਾ। ਇਸ ਮੁੱਦੇ 'ਤੇ ਆਪਾਂ ਕੱਲ੍ਹ ਨੂੰ 12 ਤੋਂ ਲੈ ਕੇ 2 ਵਜੇ ਤੱਕ, 12:30 ਤੋਂ 2 ਵਜੇ ਤੱਕ ਅਸੀਂ ਸਪੈਸ਼ਲ ਪ੍ਰੋਗਰਾਮ ਕਰ ਰਹੇ ਹਾਂ। ਮੈਂ ਅਤੇ ਡਾਕਟਰ ਸਾਹਿਬ ਦੇਖਣਾ ਆਪਣਾ। ਇਹ 'ਤੇ ਆਪਾਂ ਬਹੁਤ ਸਾਰੇ ਤੱਥ ਪੇਸ਼ ਕਰਾਂਗੇ, ਬਹੁਤ ਸਾਰੀਆਂ ਗੱਲਾਂ ਕਰਾਂਗੇ ਇਹਦੇ ਬਾਰੇ, ਔਰ ਤੁਸੀਂ ਉਸ ਪ੍ਰੋਗਰਾਮ ਵਿੱਚ ਕੋਲ ਵੀ ਕਰ ਸਕਦੇ। 12:30 ਤੋਂ ਲੈ ਕੇ 2 ਵਜੇ ਤੱਕ ਅਸੀਂ ਦੋਨੇ, ਮੈਂ ਤਰਪਿੰਦਰ ਮੇਹੇ ਅਤੇ ਡਾਕਟਰ ਹਰੀਸ਼ ਮੋਹਤਰਾ, ਅਸੀਂ ਸਪੈਸ਼ਲ ਪ੍ਰੋਗਰਾਮ 'ਤੇ ਕਰ ਰਹੇ ਹਾਂ। ਅਤੇ ਇਸ ਪ੍ਰੋਗਰਾਮ ਦੇ ਬਾਰੇ 'ਚ ਮੈਂ ਦੱਸਣਾ ਚਾਹਾਂਗੇ, ਕੱਲ੍ਹ ਨੂੰ ਕਾਸਟ ਵਾ UK ਵੱਲੋਂ ਔਰ ਹੋਰ ਜਿਹੜੀਆਂ ਉਹਨਾਂ ਦੀਆਂ ਸਹਿਯੋਗੀ ਸੰਸਥਾਵਾਂ ਹਨ, ਉਹਨਾਂ ਨੇ ਇੱਕ ਪ੍ਰੋਟੈਸਟ ਆਰਗੇਨਾਈਜ਼ ਕੀਤਾ ਹੈ। ਲੰਡਨ ਇੰਡੀਆ ਹਾਊਸ ਦੇ ਮੂਹਰੇ ਕਰਨਾ ਹੈ। ਟਾਈਮ ਹੈ 2 ਤੋਂ ਲੈ ਕੇ 5 ਵਜੇ ਤੱਕ। ਜਿਹੜੇ ਲੋਕਾਂ ਦੇ ਵਿੱਚ ਜਾਂ ਜਿਹੜੇ ਇਨਸਾਨ ਦੇ ਵਿੱਚ ਥੋੜ੍ਹਾ ਬਹੁਤ ਵੀ ਦਰਦ ਹੈ ਉਸ ਬੱਚੀ ਪ੍ਰਤੀ, ਜਾਂ ਜਾਤ ਪਾਤ ਦੇ ਚੱਕੀ ਥੱਲੇ ਦਰੜੇ ਜਾ ਰਹੇ ਲੋਕਾਂ ਦੇ ਹੱਕ 'ਚ ਥੋੜ੍ਹਾ ਬਹੁਤ ਵੀ ਦਰਦ ਹੈ, ਤਾਂ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਉਸ ਪ੍ਰੋਟੈਸਟ ਵਿੱਚ ਹੁਮ-ਹੁਮਾ ਕੇ ਪੁੱਜਣ, ਤਾਂ ਕਿ ਸਰਕਾਰ ਤੱਕ ਇਹ ਸੁਨੇਹਾ ਪਹੁੰਚ ਸਕੇ ਕਿ ਵੀ ਅਸੀਂ ਉਸ ਬੱਚੀ ਦੇ ਕਤਲ ਨਾਲ ਸਾਡੇ ਦਿਲ ਬਲੂਦਰੇ ਗਏ। ਅਸੀਂ ਬਹੁਤ ਦਰਦ ਮਹਿਸੂਸ ਕਰਦੇ ਉਸ ਬੱਚੀ ਦਾ, ਕਿੱਦਾਂ ਉਹਦੇ ਨਾਲ ਹੋਈ, ਕਿੱਦਾਂ ਉਹਦੇ ਰੀੜ੍ਹ ਦੀ ਹੱਡੀ ਤੋੜੀ ਗਈ, ਕਿੱਦਾਂ ਉਹਦੀ ਜੀਭ ਕੱਟੀ ਗਈ, ਜਿੱਦਾਂ ਉਹਨੂੰ ਮਾਰਿਆ ਗਿਆ, ਜਿੱਦਾਂ ਉਹਨੂੰ ਦਾਗ ਦਿੱਤੇ ਗਏ। ਇਹ ਨਾ ਭੁੱਲਣ ਵਾਲੀਆਂ ਗੱਲਾਂ ਹਨ। ਔਰ ਜਿਹੜੇ ਵੀ ਮੇਰੇ ਵੀਰ ਭੈਣਾਂ ਇਸ ਦਰਦ ਨੂੰ ਮਹਿਸੂਸ ਕਰਦੇ ਹਨ, ਮੇਰੀ ਉਹਨਾਂ ਅੱਗੇ ਬੇਨਤੀ ਹੈ, ਗੁਜ਼ਾਰਿਸ਼ ਹੈ ਕਿ ਉਹ ਉਸ ਪ੍ਰੋਟੈਸਟ ਜ਼ਰੂਰ ਹਿੱਸਾ ਲੈਣ। ਕੱਲ੍ਹ ਨੂੰ ਸੈਚਰਡੇ 3 ਅਕਤੂਬਰ ਇੰਡੀਆ ਹਾਊਸ ਦੇ ਮੂਹਰੇ ਕਾਸਟ ਵਾ UK ਅਤੇ ਉਹਨਾਂ ਦੇ ਸਹਿਯੋਗੀ ਸੰਸਥਾਵਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਜ਼ਰੂਰ ਉਹਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਮੈਂ ਕਿਉਂਕਿ ਮੈਨੂੰ ਇਹ ਮੈਸੇਜ ਥੋੜ੍ਹਾ ਜਿਹਾ ਲੇਟ ਮਿਲਿਆ, ਮੈਂ ਇੱਕ ਹੀ ਟੈਲੀਫੋਨ ਮੈਂ ਨੋਟ ਕਰ ਸਕਿਆ, ਫਿਰ ਬਾਅਦ 'ਚ ਔਨ ਦੀ ਏਅਰ ਜਾਣ ਦਾ ਮੌਕਾ ਮਿਲ ਗਿਆ। ਇੱਕ ਟੈਲੀਫੋਨ ਨੋਟ ਕਰਵਾ ਦਿੰਦਾ ਨਾ, ਜੇ ਕਿਸੇ ਨੂੰ ਜਾਣਕਾਰੀ ਲੈਣੀ ਹੋਵੇ ਤਾਂ 07411 07411 085405। ਇਹ ਹੈ ਜੀ ਨੰਬਰ, ਦੁਬਾਰਾ ਨੋਟ ਕਰ ਲਓ, 07411 085405। ਇਸ ਫੋਨ 'ਤੇ ਤੁਸੀਂ ਰਾਬਤਾ ਕਰ ਸਕਦੇ ਹਾਂ ਔਰ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ। ਮੈਨੂੰ ਹਾਲੇ ਇੰਨੀ ਜਾਣਕਾਰੀ ਮਿਲੀ ਹੈ ਕਿਉਂਕਿ ਹੁਣੇ ਥੋੜ੍ਹਾ ਚਿਰ ਹੋਇਆ ਇਹਨੂੰ ਆਰਗੇਨਾਈਜ਼ ਕੀਤੇ ਨੂੰ ਪ੍ਰੋਟੈਸਟ ਵੀ, ਅਤੇ ਸਾਰੇ ਉੱਥੇ ਪਹੁੰਚਣ ਜ਼ਰੂਰ ਕਿਰਪਾਲਤਾ ਕਰਨੀ। ਤੁਹਾਡਾ ਬਹੁਤ ਧੰਨਵਾਦ। ਆਪਾਂ ਹੁਣ ਚੱਲਦੇ ਹਾਂ ਆਪਣੇ ਜਿਹੜੇ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਸੀ। 28 ਤਰੀਕ ਨੂੰ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਸੀ। ਆਪਾਂ ਗੱਲਾਂ ਬਹੁਤ ਖੁਸ਼ੀ ਦੀਆਂ ਕਰਨੀਆਂ ਸੀ। ਜਨਮ ਦਿਨ ਹਮੇਸ਼ਾ ਖੁਸ਼ੀਆਂ ਭਰਿਆ ਹੁੰਦਾ। ਉਹਦੀਆਂ ਉਹਨਾਂ ਭਾਵਨਾਵਾਂ ਨਾਲ ਗੱਲ ਕਰਨੀ ਸੀ, ਉਹਨਾਂ ਖੁਸ਼ੀਆਂ ਦੀ ਗੱਲ ਕਰਨੀ ਸੀ ਜਿਹੜੀਆਂ ਖੁਸ਼ੀਆਂ ਲੈ ਕੇ ਬੱਚਾ ਪੈਦਾ ਹੁੰਦਾ, ਉਹ ਪੜ੍ਹਦਾ, ਉਹ ਅੱਗੇ ਤੁਰਦਾ। ਲੇਕਿਨ ਜਦੋਂ ਤੁਸੀਂ ਇੱਦਾਂ ਦੀ ਖਬਰ ਵਿਚਾਲੇ ਆ ਜਾਂਦੀ ਆ, ਫਿਰ ਤੁਸੀਂ ਉਹਨਾਂ ਦੀ ਜਿਹੜੀ ਜੀਵਨੀ ਦਾ ਉਹ ਪੱਖ ਵੀ ਦੇਖਣਾ ਬਣ ਜਾਂਦਾ ਵੀ ਕਿੱਦਾਂ ਉਹ 13 ਸਾਲ ਦੀ ਉਮਰ ਸ਼ਹੀਦ ਭਗਤ ਸਿੰਘ ਨੇ ਫੈਸਲਾ ਕਰ ਲਿਆ ਕਿ ਮੈਂ ਆਹ ਰਾਹ ਮੈਂ ਚੁਣਨਾ ਹੈ, ਮੈਂ ਇਨਕਲਾਬੀ ਬਣਨਾ ਹੈ, ਮੈਨੂੰ ਦੇਸ਼ ਆਜ਼ਾਦ ਚਾਹੀਦਾ ਹੈ, ਮੈਨੂੰ ਲੋਕਾਂ ਦੀ ਗੁਲਾਮੀ ਨਹੀਂ ਚੱਲੀ ਜਾਂਦੀ। ਉਹਦੇ ਵਿੱਚ ਆਪਾਂ ਅੱਜ ਦਾ ਕੇਸ ਵੀ ਲਾ ਲੈਂਦੇ ਹਾਂ। ਇਹਨਾਂ ਸਾਰਿਆਂ ਵਿਚਾਰਾਂ ਤੋਂ ਸ਼ਹੀਦ ਭਗਤ ਸਿੰਘ ਦੁਖੀ ਸੀ ਕਿ ਸਮਾਜ ਵਿੱਚ ਅਸੀਂ ਗੁਲਾਮ ਹਾਂ, ਗੋਰਿਆਂ ਦੇ ਗੁਲਾਮ ਹਾਂ। ਕਿੱਦਾਂ ਗੋਰਿਆਂ ਨੂੰ ਇੱਥੋਂ ਕੱਢਿਆ ਜਾਵੇ, ਕਿੱਦਾਂ ਅਸੀਂ ਆਪਣੇ ਫੈਸਲੇ ਖੁਦ ਕਰ ਸਕੀਏ, ਕਿੱਦਾਂ ਅਸੀਂ ਜੋ ਅਸੀਂ ਕਰਨਾ ਚਾਹੁੰਦੇ ਅਸੀਂ ਕਰ ਸਕੀਏ, ਜਿੱਦਾਂ ਅਸੀਂ ਜੀਣਾ ਚਾਹੁੰਦੇ ਹਾਂ, ਜਿੱਦਾਂ ਅਸੀਂ ਵਿਚਰਨਾ ਚਾਹੁੰਦੇ ਹਾਂ ਉੱਦਾਂ ਅਸੀਂ ਕਰ ਸਕੀਏ। ਇਹ 'ਤੇ ਆਪਾਂ ਗੱਲ ਕਰਨੀ ਆ। ਮੇਰੇ ਨਾਲ ਆਮ ਤੌਰ 'ਤੇ ਜਿਹੜਾ ਸਹਿਯੋਗੀ ਲਫ਼ਜ਼ ਸ਼ਾਇਦ ਇਹ ਥੋੜ੍ਹਾ ਜਿਹਾ ਅਧੂਰਾ ਆ,
ਅਸੀਂ ਕਹਿੰਦੇ ਵੀ ਅਸੀਂ ਦੋਨੇ ਬਰਾਬਰ ਦੇ ਹਿੱਸੇਦਾਰ ਹਾਂ ਇਸ ਪ੍ਰੋਗਰਾਮ ਦੇ। ਔਰ ਇਹ ਮੇਰੇ ਤੋਂ 10-15 ਸਾਲ ਉਮਰ ਦੇ ਵੱਡੇ ਕਰਕੇ ਨਾ ਵੱਡੇ ਭਾਈ ਆਪਾਂ ਕਹਿ ਦਿੰਦੇ ਹਾਂ। ਤੋ ਡਾਕਟਰ ਹਰੀਸ਼ ਮਲਹੋਤਰਾ ਜੀ, ਤੁਹਾਡਾ ਪਹਿਲਾਂ ਸਵਾਗਤ ਹੈ, ਸਾਡਾ ਬਹੁਤ ਬਹੁਤ ਸਵਾਗਤ, ਥੈਂਕ ਯੂ ਤੁਹਾਡਾ। ਪਰ ਇੰਨਾ ਵੱਡਾ ਰੁਤਬਾ ਨਾ ਦਿਓ, ਮੈਂ ਚਲੋ ਖੈਰ ਚਲੋ ਠੀਕ ਹੈ, ਕਿਉਂਕਿ ਮੈਂ ਚਾਹੁੰਦਾ ਸੀ ਕਿ ਮੂੰਹ ਨੂੰ ਥੋੜ੍ਹੀ ਆਪਾਂ ਠੀਕ ਹੈ ਠੀਕ ਹੈ ਠੀਕ ਹੈ। ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸੀਗਾ ਸੋਮਵਾਰ, ਹਾਂਜੀ, ਅਤੇ ਅਸੀਂ ਪਿਛਲੇ ਹਫ਼ਤੇ ਇਸ ਕਰਕੇ ਨਹੀਂ ਪ੍ਰੋਗਰਾਮ ਕੀਤਾ ਹੈ ਕਿਉਂਕਿ ਆਮ ਤੌਰ 'ਤੇ ਇੱਕ ਧਾਰਨਾ ਮੰਨੀ ਜਾਂਦੀ ਵੀ ਬਰਥਡੇ ਪਹਿਲਾਂ ਨਹੀਂ ਮਨਾਉਣਾ ਚਾਹੀਦਾ, ਬਾਅਦ 'ਚ ਮਨਾਓ ਤਾਂ ਚੰਗਾ ਹੁੰਦਾ। ਅਤੇ ਅਸੀਂ ਕਿਹਾ ਚਲੋ ਬਾਅਦ 'ਚ ਬਣਾ ਲੈਂਦੇ, ਕੋਈ ਗੱਲ ਨਹੀਂ। ਅਤੇ ਭਗਤ ਸਿੰਘ ਦੀ ਆਪਣੇ ਜਨਮ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹਨਾਂ ਦੀ ਲਾਈਫ ਬਾਰੇ ਆਪਾਂ ਗੱਲ ਕਿਤੋਂ ਵੀ ਸ਼ੁਰੂ ਕਰ ਲਓ। ਦੇਖੋ, ਇੱਕ ਤਾਂ ਮੈਂ ਆਪਣੇ ਵੱਲੋਂ ਫਿਰ ਤੁਹਾਨੂੰ ਅਤੇ ਆਪਣੇ ਭਰਾ ਵੱਲੋਂ ਅਸੀਂ ਦੋਨੇ ਜਿਹੜਾ ਹੈਗਾ ਤੁਹਾਨੂੰ ਵਧਾਈ ਦਿੰਦੇ ਹੈਗੇ ਹਾਂ ਭਗਤ ਸਿੰਘ ਦੇ ਜਨਮ ਦਿਨ ਦੀ, ਜਿਹੜੇ ਕਿ 28 ਸਤੰਬਰ ਨੂੰ ਸੀ। ਅਤੇ ਉਸ ਦਿਨ ਹੀ ਲਤਾ ਮੰਗੇਸ਼ਕਰ ਦਾ ਜਨਮ ਦਿਨ ਸੀਗਾ, ਜਿਹੜੀ ਕਿ ਸਾਡੀ ਬੜੀ ਵਧੀਆ ਸਿੰਗਰ ਹੈਗੀ ਆ। ਅਤੇ ਅੱਜ ਯਾਨੀ ਕਿਹੜਾ 2 ਅਕਤੂਬਰ ਦਾ ਦਿਨ ਹੈਗਾ, ਅੱਜ ਲਾਲ ਬਹਾਦਰ ਸ਼ਾਸਤਰੀ ਦਾ ਵੀ ਜਨਮ ਦਿਨ ਹੈਗਾ। ਅਤੇ ਸਾਡਾ ਬਹੁਤ ਵਧੀਆ ਪ੍ਰਾਈਮ ਮਿਨਿਸਟਰ ਹੋਇਆ ਹੈਗਾ। ਚਾਹੇ ਯਾਨੀ ਕਿ ਇਹਦੇ ਨਾਲ ਲੱਗਦੀ ਗੱਲ ਇਹ ਵੀ ਹੈਗੀ ਲੈ ਵੀ ਮਹਾਤਮਾ ਗਾਂਧੀ ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਉਹਨਾਂ ਦਾ ਵੀ ਜਨਮ ਅੱਜ ਹੀ ਸੀਗਾ। ਜਿਹੜੀ ਗੱਲ ਭਗਤ ਸਿੰਘ ਦੀ ਹੈ, ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹੈਗੇ ਤਾਂ ਮੈਂ ਇਸ ਚੀਜ਼ ਦੀ ਅਥੋਰਟੀ ਨਹੀਂ ਆਪਣੇ ਨੂੰ ਕਹਿਣਾ ਚਾਹੁੰਦਾ, ਪਰ ਮੈਂ ਇਸ ਚੀਜ਼ ਨਾਲ ਯਾਨੀ ਕਿ ਦਾਅਵੇ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੰਨੀਆਂ ਵੀ ਲਿਖਤਾਂ ਭਗਤ ਸਿੰਘ ਦੀਆਂ ਅੱਜ ਤੱਕ ਉਪਲਬਧ ਹੋ ਸਕੀਆਂ, ਮਿਲ ਸਕੀਆਂ ਹੈਗੀਆਂ, ਮੇਰਾ ਖਿਆਲ ਕੋਈ ਵੀ ਲਿਖਤ ਇਹੋ ਜਿਹੀ ਨਹੀਂ ਜਿਹੜੀ ਕਿ ਮੇਰੇ ਕੋਲ ਆਪਣੀ ਪਰਸਨਲ ਲਾਇਬ੍ਰੇਰੀ ਦੇ ਵਿੱਚ ਲਿਖਤ ਜਿਹੜੀ ਮੈਂ ਨਹੀਂ ਪੜ੍ਹੀ ਹੈ, ਨੈੱਟ ਕੇ ਯਾਨੀ ਕਿ ਸਾਰਾ ਭਗਤ ਸਿੰਘ ਪੜ੍ਹਿਆ ਹੈ। ਅਤੇ ਹੋਰ ਵੀ ਖੁਸ਼ੀ ਵਾਲੀ ਯਾਨੀ ਕਿ ਗੱਲ ਇਹ ਹੈ ਜਿਹੜੀ ਭਗਤ ਸਿੰਘ ਦੇ ਭਾਣਜੇ ਨੇ ਮਨਮੋਹਨ ਸਿੰਘ ਯਾਨੀ ਜਿਹੜਾ ਹੈਗਾ, ਉਹਨਾਂ ਨੇ ਯਾਨੀ ਜਿਹੜੀ ਇਹ ਕਿਤਾਬ ਲਿਖੀ ਹੈਗੀ ਆ ਸ਼ਹੀਦ ਭਗਤ ਸਿੰਘ, ਅਤੇ ਉਹਨਾਂ ਦੀਆਂ ਲਿਖਤਾਂ ਜਿਹੜਾ ਕਿ ਜਗਮੋਹਨ ਸਿੰਘ ਹੋਣਾ ਨੇ, ਪ੍ਰੋਫੈਸਰ ਜਗਮੋਹਨ ਸਿੰਘ ਹੋਣਾ ਨੇ ਯਾਨੀ ਕਿ ਸੰਪਾਦਿਤ ਕੀਤੀਆਂ ਹੈਗੀਆਂ, ਇਹ ਵੀ ਮੇਰੇ ਕੋਲ ਹੈ। ਅਤੇ ਇਹਦੇ ਵਿੱਚ ਕੁਛ ਇਹੋ ਜਿਹਾ ਤੱਥ ਹੈ ਯਾਨੀ ਕਿ ਲਿਖੇ ਜਿਹੜੀ ਕਿ ਬਹੁਤ ਸਾਰੀਆਂ ਧਾਰਨਾਵਾਂ ਜਿਹੜੀਆਂ ਕਿ ਭਗਤ ਸਿੰਘ ਦੇ ਖਿਲਾਫ ਮੈਂ ਸਮਝਦਾ ਸਾਜ਼ਿਸ਼ ਹੈ ਕੁਛ ਲੋਕਾਂ ਦੀ, ਉਹਨਾਂ ਦੀ ਯਾਨੀ ਕਿ ਇਹਨਾਂ ਨੇ ਪੂਰਾ ਜਿਹੜਾ ਹੈਗਾ ਜਵਾਬ ਦਿੱਤਾ ਹੈਗਾ ਉਹਦੇ ਵਿੱਚ। ਅਤੇ ਅਸੀਂ ਯਾਨੀ ਕਿ ਜਿਹੜੇ ਭਗਤ ਸਿੰਘ ਦੇ ਵਾਰਸ ਹੈਗੇ, ਅਸੀਂ ਵੀ ਇਹ ਗੱਲ ਯਾਨੀ ਕਿ ਜਿਹੜੀ ਆ ਆਮ ਲੋਕਾਂ ਨੂੰ ਕਹਿਣੀ ਚਾਹੁੰਦੇ ਜੇ ਵੀ ਭਗਤ ਸਿੰਘ ਬਾਰੇ ਕੋਈ ਗਲਤ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਅਤੇ ਅਸੀਂ ਉਹਦੇ ਵਾਰਸ ਜਿਹੜੇ ਹੈਗੇ ਆ ਉਹਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹੈਗੇ ਹਾਂ। ਜਦੋਂ ਭਗਤ ਸਿੰਘ ਦੀ ਲਾਈਫ ਬਾਰੇ ਮੈਂ ਦੇਖਦਾ ਹੈਗਾ, ਛੋਟੀ ਜਿਹੀ ਉਮਰ ਦੇ ਵਿੱਚ ਜਿਹੜਾ ਕਿ 28 ਸਤੰਬਰ ਨੂੰ ਯਾਨੀ ਕਿ ਉਹਨਾਂ ਦਾ ਜਨਮ ਹੋਇਆ ਹੈਗਾ, ਅਤੇ 23 ਮਾਰਚ ਨੂੰ ਜਿਹੜਾ ਹੈਗਾ ਜਿਹੜਾ 1931 ਨੂੰ ਯਾਨੀ ਕਿ ਜਿਹੜਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ। ਇੰਨੀ ਛੋਟੀ ਲਾਈਫ ਦੇ ਵਿੱਚ 23-24 ਸਾਲ ਦੀ ਯਾਨੀ ਕਿ 23 ਸਾਲ ਤੁਸੀਂ ਲਾਓ ਯਾਨੀ ਕਿ ਜਿਹੜੇ ਹੈਗੇ ਆ, ਠੀਕ 4 ਸਾਲ ਯਾਨੀ ਕਿ ਜਿਹੜੇ 2 ਸਾਲ ਘੱਟੋ ਘੱਟ ਜੇਲ੍ਹ ਦੇ ਵਿੱਚ, 2 ਸਾਲ ਯਾਨੀ ਕਿ ਜਿਹੜੇ ਬਾਹਰ ਯਾਨੀ ਕਿ ਜਿਹੜਾ ਉਹਨਾਂ ਨੇ ਜਿਹੜੀ ਸਟੱਡੀ ਕੀਤੀ ਹੈ, ਆਈ ਐਮ ਅਮੇਜ਼ਡ ਬਈ ਉਸ ਬੱਚੇ ਨੇ ਯਾਨੀ ਕਿ ਜਾਂ ਨੌਜਵਾਨ ਨੇ ਜਿਹੜੀ ਮੈਂ ਗੱਲ ਕਰਦਾ ਹੈਗਾ, ਉਹਨਾਂ ਨੇ ਇੰਨੀਆਂ ਕਿਤਾਬਾਂ ਪੜ੍ਹੀਆਂ ਅਤੇ ਉਹਨਾਂ ਦਾ ਯਾਨੀ ਕਿ ਜਿਹੜਾ ਨਿਰੀਖਣ ਹੈਗਾ, ਉਹਨਾਂ ਦਾ ਜਿਹੜਾ ਉਹਨਾਂ ਨੇ ਮਤਾਲਿਆ ਕੀਤਾ ਹੈਗਾ, ਜਿਹੜਾ ਉਹਨਾਂ ਨੇ ਉਹਦਾ ਐਨਾਲਿਸਿਸ ਕੀਤਾ ਹੈਗਾ, ਉਹਨਾਂ ਨੇ ਜਿਹੜੇ ਨੋਟਸ ਉਹਦੇ ਬਣਾਏ ਹੈਗੇ ਆ, ਆਮ ਅਮੇਜ਼ਡ। ਮੈਂ ਵੀ ਇੱਥੋਂ ਯਾਨੀ ਕਿ ਇਸ ਮੁਲਕ 'ਚੋਂ ਡਾਕਟਰੇਟ ਕੀਤੀ ਹੈ, ਮੈਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਹੈਗੀ, ਪਰ ਮੈਂ ਤਾਂ ਗੱਲ ਕਰ ਰਿਹਾ ਹੈਗਾ ਵੀ ਜਿਸ ਤਰੀਕੇ ਨਾਲ ਨੱਠ ਕੇ ਉਹਨਾਂ ਨੇ ਸਟੱਡੀ ਕੀਤੀ ਹੈਗੀ ਆ, ਮੈਂ ਅਜੇ ਤੱਕ ਕਿਸੇ ਹੋਰ ਨੂੰ ਇਸ ਉਮਰ ਤੱਕ ਯਾਨੀ ਕਿ ਨਹੀਂ ਦੇਖਿਆ ਹੈਗਾ ਜਿਨ੍ਹਾਂ ਨੇ ਇੰਨੀ ਸਟੱਡੀ ਕੀਤੀ ਹੋਵੇ, ਅਤੇ ਜਿਨ੍ਹਾਂ ਨੂੰ ਲੋਕਾਂ ਦੇ ਦਿਲ ਵਿੱਚ ਜਿਹੜੀ ਕਿ ਉਹਨਾਂ ਦੇ ਲੋਕਾਂ ਦੇ ਦਿਲ ਵਿੱਚ ਬਰਾਬਰਤਾ ਦੀ ਅਤੇ ਜਿਹੜੀ ਯਾਨੀ ਕਿ ਦੱਬੇ ਕੁਚਲੇ ਲੋਕਾਂ ਲਈ ਹਮਦਰਦੀ, ਅਤੇ ਯਾਨੀ ਕਿ ਜੋ ਕੁਛ ਅੰਗਰੇਜ਼ ਗੌਰਮੈਂਟ ਯਾਨੀ ਕਿ ਉਸ ਟਾਈਮ 'ਤੇ ਕਰ ਰਹੀ ਸੀਗੀ, ਸਰਕਾਰ ਕਰ ਰਹੀ ਸੀ, ਉਹਦਾ ਯਾਨੀ ਕਿ ਜਿਹੜਾ ਉਹਨਾਂ ਨੇ ਐਨਾਲਿਸਿਸ ਕੀਤਾ ਅਤੇ ਉਸ ਸ਼ਿੱਦਤ ਨੂੰ ਮਹਿਸੂਸ ਕੀਤਾ। ਇਸੇ ਕਰਕੇ ਮੈਂ ਸਮਝਦਾ ਵੀ ਅਸੀਂ ਉਹਨਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਕਹਿੰਦੇ, ਵੀ ਉਹਨਾਂ ਦੇ ਸਾਥੀ ਵੀ ਹੋਰ ਬਹੁਤ ਸਾਰੇ ਸੀਗੇ ਜਿਹੜੇ ਉਹਨਾਂ ਦੇ ਸਹਿਯੋਗੀ ਸੀਗੇ, ਪਰ ਉਹਨਾਂ ਜਿੰਨੀ ਸਟੱਡੀ ਅਤੇ ਉਹਨਾਂ ਜਿਹੜਾ ਹੈਗਾ ਐਨਾਲਿਸਿਸ ਜੋ ਕੁਛ ਕੀਤਾ ਹੈਗਾ ਕਿਸੇ ਹੋਰ ਨੇ ਨਹੀਂ ਕੀਤਾ। ਅਤੇ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਸਾਨੂੰ ਦੇਣ ਹੈ। ਇੱਕ ਹੋਰ ਯਾਨੀ ਕਿ ਜਿਹੜੀ 2-3 ਗੱਲਾਂ ਮੈਂ ਭੂਮਿਕਾ ਵਿੱਚ ਕਹਿ ਦੇਵਾਂ, ਕਿਉਂਕਿ ਆਪਾਂ ਗੱਲ ਕਰਨੀਆਂ ਹੈਗੀਆਂ, ਜਿਹੜੀ ਯਾਨੀ ਕਿ ਜਿਸ ਚੀਜ਼ ਦਾ ਉਹਨਾਂ ਨੂੰ ਦੁੱਖ ਬਹੁਤ ਹੋਇਆ, ਜਿਹੜਾ ਕਿ ਮੈਨੂੰ ਅੱਜ ਵੀ ਉਸ ਚੀਜ਼ ਦਾ ਦੁੱਖ ਹੈਗਾ। ਅੱਜ ਯਾਨੀ ਕਿ 2020 ਦੇ ਵਿੱਚ ਆਪ ਵਿਚਰ ਰਹੇ ਹੈਗੇ ਹਾਂ, ਅਤੇ ਭਗਤ ਸਿੰਘ ਦੀ ਗੱਲ ਨੂੰ ਯਾਨੀ ਕਿ ਜਿਹੜੀ ਉਹਨਾਂ ਨੇ ਗੱਲਾਂ ਉਸ ਟਾਈਮ 'ਤੇ ਨੀਅਰਲੀ ਯਾਨੀ ਕਿ 100 ਸਾਲ ਤੋਂ ਵੀ ਯਾਨੀ ਕਿ ਉੱਪਰ ਹੋ ਗਿਆ ਜਿਹੜੀਆਂ ਗੱਲਾਂ ਕਹੀਆਂ ਸੀ, ਅਜੇ ਵੀ ਅਸੀਂ ਉੱਥੇ ਦੇ ਉੱਥੇ ਖੜ੍ਹੇ ਹੈ। ਕਾਰਨ ਯਾਨੀ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਸਾਨੂੰ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਵੱਖਰੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਅਸੀਂ ਪੰਜਾਬੀ ਹਜੇ ਵੀ ਕਿਤਾਬਾਂ ਪੜ੍ਹਨ ਤੋਂ ਗੁਰੇਜ਼ ਕਰਦੇ ਹਾਂ, ਅਤੇ ਸਾਡੇ ਵਿੱਚ ਅਜੇ ਵੀ ਪੰਜਾਬੀ ਕਿਤਾਬਾਂ ਜਿਹੜੀ ਪੜ੍ਹਨ ਦੀ ਰੁਚੀ ਨਹੀਂ ਹੈ ਪੰਜਾਬੀਆਂ ਵਿੱਚ, ਚਾਹੇ ਅੰਗਰੇਜ਼ੀ ਦੀਆਂ ਕਿਤਾਬਾਂ ਹੋਣ, ਚਾਹੇ ਪੰਜਾਬੀ ਦੀਆਂ, ਚਾਹੇ ਹਿੰਦੀ ਦੀਆਂ, ਜਿਹੜੀ ਮਰਜ਼ੀ ਲੈਂਗੁਏਜ ਦੀਆਂ ਹੋਣ। ਅਤੇ ਉਸ ਨੌਜਵਾਨ ਨੇ ਸਾਡੇ ਯਾਨੀ ਕਿ ਹੀਰੋ ਨੇ ਹਰ ਇੱਕ ਤਰ੍ਹਾਂ ਦੀ ਕਿਤਾਬ ਪੜ੍ਹੀ, ਉਹਨੇ ਯਾਨੀ ਕਿ ਜਿਹੜਾ ਹੈਗਾ ਸਾਹਿਤ ਪੜ੍ਹਿਆ, ਸਿਰਫ ਯਾਨੀ ਕਿ ਜਿਹੜਾ ਹੈ ਕਾਰਲ ਮਾਰਕਸ ਦੇ ਯਾਨੀ ਜਿਹੜਾ ਹੈਗਾ ਉਹਨੂੰ ਐਂਗਲਸ ਨੂੰ ਨਹੀਂ ਪੜ੍ਹਿਆ ਹੈਗਾ, ਉਹਨੇ ਲੈਨਨ ਦੀਆਂ ਕਿਤਾਬਾਂ ਪੜ੍ਹੀਆਂ, ਉਹਨੇ ਬਾਕੀ ਯਾਨੀ ਕਿ ਜਿਹੜੇ ਸਾਹਿਤਕਾਰ ਸੀਗੇ ਦੁਨੀਆ ਦੇ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਬਰਟਨ ਰਸਲ ਵਗੈਰਾ, ਯਾਨੀ ਕਿ ਲਿਓ ਟੋਲਸਟਾਏ, ਯੂ ਨੇਮ ਇਟ।
आई वॉज अमेज्ड भी उन्होंने लिटरेचर यानी कि इन्ना पढ़िया तो वो सानू अजे तक भी लाग नहीं लग सकी। ਜਿਹੜਾ ਉਹਨਾਂ ਨੂੰ ਹੋਰ ਵੀ ਇੱਕ ਗਿਲਾ ਰਿਹਾ ਹੈਗਾ ਸਾਡੇ 'ਤੇ ਵੀ ਬੰਗਾਲੀ ਲੋਕਾਂ ਨੇ ਜੋ ਯਾਨੀ ਕਿ ਸਾਹਿਤ ਪੜ੍ਹਨ ਦੀ ਉਹਨਾਂ ਦੀ ਰੁਚੀ ਸੀਗੀ ਅਤੇ ਜੋ ਯਾਨੀ ਕਿ ਬੰਗਾਲ ਦੇ ਜਿਹੜੇ ਫਰੀडम ਫਾਈਟਰਸ ਹੋਏ ਹੈਗੇ ਜੋ ਉਹਨਾਂ ਦੇ ਹੀਰੋਜ਼ ਹੋਏ ਹੈ ਉਹਨਾਂ ਬਾਰੇ ਜਿੰਨਾ ਯਾਨੀ ਕਿ ਬੰਗਾਲੀਆਂ ਨੇ ਲਿਖਿਆ ਹੈਗਾ ਅਸੀਂ ਆਪਣੇ ਹੀਰੋਜ਼ ਬਾਰੇ ਬਿਲਕੁਲ ਨਹੀਂ ਲਿਖਿਆ। ਅਤੇ ਉਹਨੇ ਭਗਤ ਸਿੰਘ ਨੇ ਇਹ ਟਰਾਈ ਵੀ ਕੀਤੀ ਸੀ ਕੁਛ ਯਾਨੀ ਕਿ ਛੋਟੀ ਛੋਟੀਆਂ ਬਾਇਓਗ੍ਰਾਫੀਜ਼ ਯਾਨੀ ਕਿ ਲਿਖਣ ਦੀ ਇਹ ਪਿਰਤ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਿਹੜੀਆਂ ਕਿ ਉਹਦੀਆਂ ਲਿਖਤਾਂ ਕਿਰਤੀ ਵਿੱਚ ਛਪਦੀਆਂ ਰਹੀਆਂ ਹੈਗੀਆਂ ਅਤੇ ਹੋਰ ਯਾਨੀ ਕਿ ਮੈਗਜ਼ੀਨਾਂ ਰਸਾਲਿਆਂ ਵਿੱਚ ਬਹੁਤ ਸਾਰੀਆਂ ਛਪਦੀਆਂ ਰਹੀਆਂ ਹੈਗੀਆਂ ਵੱਖਰੇ ਵੱਖਰੇ ਨਾਵਾਂ 'ਤੇ ਵੀ ਛਪਦੀਆਂ ਰਹੀਆਂ ਹੈਗੀਆਂ। ਪਰ ਉਹ ਅਜੇ ਤੱਕ ਵੀ ਸਾਡੇ ਵਿੱਚ ਮੈਂ ਸਮਝ ਵੀ ਉਹ ਚਿਣਗ ਅਜੇ ਵੀ ਅਧੂਰੀ ਹੈਗੀ ਆ ਅਤੇ ਮੈਨੂੰ ਵੀ ਇਸ ਚੀਜ਼ ਦਾ ਪਰਸਨਲੀ ਯਾਨੀ ਕਿਹੜਾ ਹੈਗਾ ਬਹੁਤ ਵੱਡਾ ਰੋਸ ਹੈ ਵੀ ਅਸੀਂ ਅਜੇ ਤੱਕ ਵੀ ਉਹ ਜਿਹੜੀ ਉਹਨਾਂ ਦੀ ਧਾਰਨਾ ਸੀਗੀ ਉਹਨੂੰ ਅੱਗੇ ਨਹੀਂ ਲਿਜਾ ਸਕੇ। ਜੇ ਅਸੀਂ ਆਪਣੇ ਆਪ ਨੂੰ ਭਗਤ ਸਿੰਘ ਦੇ ਵਾਰਿਸ ਸਮਝਦੇ ਹੈਗੇ ਹਾਂ, ਜੇ ਅਸੀਂ ਆਪਣੇ ਆਪ ਨੂੰ ਇਹ ਕਹਿੰਦੇ ਵੀ ਸਾਡਾ ਯਾਨੀ ਕਿ ਹੀਰੋ ਸੀਗਾ, ਸਾਡਾ ਯਾਨੀ ਕਿ ਬਹੁਤ ਵੱਡਾ ਸ਼ਹੀਦ ਆਜ਼ਮ ਹੋਇਆ, ਸਾਡਾ ਬਹੁਤ ਵੱਡਾ ਲੀਡਰ ਹੋਇਆ ਹੈਗਾ, ਸਾਡਾ ਬਹੁਤ ਵੱਡਾ ਯਾਨੀ ਕਿਹੜਾ ਹੈਗਾ ਨੌਜਵਾਨ ਹੋਇਆ ਜੇ ਅਤੇ ਸਾਨੂੰ ਬਹੁਤ ਵੱਡਾ ਫਕਰ ਆ, ਅਤੇ ਉਹ ਸਿਰਫ ਗੱਲਾਂ ਨਾਲ ਨਹੀਂ ਹੈ। ਜਿਹੜੀ ਯਾਨੀ ਕਿ ਉਸ ਹੀਰੋ ਦੀ ਉਸ ਯਾਨੀ ਕਿ ਸਾਡੇ ਸ਼ਹੀਦ ਆਜ਼ਮ ਦੀ ਜਿਹੜੀ ਸੋਚ ਸੀਗੀ ਉਸ ਇਨਕਲਾਬੀ ਦੀ ਸੋਚ ਸੀ, ਜੇ ਅਸੀਂ ਉਹਨੂੰ ਆਪਣੇ ਵਰਤਾਵ ਦੇ ਵਿੱਚ ਨਹੀਂ ਪ੍ਰਣਾਉਂਦੇ ਹੈਗੇ ਮੈਂ ਸਮਝਦਾ ਵੀ ਅਸੀਂ ਉਹਦੀ ਬੇਇੱਜ਼ਤੀ ਕਰ ਰਹੇ ਹੈਗੇ ਹਾਂ, ਨਾ ਕਿ ਅਸੀਂ ਉਹਨੂੰ ਸ਼ਰਧਾਂਜਲੀ ਦੇ ਰਹੇ ਅਤੇ ਨਾ ਕਿ ਯਾਨੀ ਕਿ ਅਸੀਂ ਉਹਨੂੰ ਜਿਹੜਾ ਹੈਗਾ ਗਲੋਰੀਫਾਈ ਕਰ ਰਹੇ ਹਾਂ। ਗਲੋਰੀਫਾਈ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਉਹਨਾਂ ਦੀਆਂ ਜਿਹੜੀਆਂ ਧਾਰਨਾਵਾਂ ਸੀਗੀਆਂ ਉਹਨਾਂ ਨੂੰ ਆਪਣੇ ਵਰਤਾਵ ਵਿੱਚ ਦੇਖੀਏ। ਜੋ ਕੁਛ ਅੱਜ ਹੋ ਰਿਹਾ ਹੈਗਾ ਜੋ ਇਸ ਬੱਚੀ ਨਾਲ ਯੂਪੀ ਵਿੱਚ ਯਾਨੀ ਕਿ ਹੋਇਆ ਹੈਗਾ ਜਾਂ ਯਾਨੀ ਕਿ ਹੋਰ ਬਹੁਤ ਸਾਰੇ ਯਾਨੀ ਕਿ ਜਿਹੜੇ ਰੇਪ ਦੇ ਕੇਸਿਸ ਯਾਨੀ ਕਿ ਉੱਥੇ ਹੋ ਰਹੇ ਹੈਗੇ ਆ, ਉਹਨੇ ਬਰਾਬਰਤਾ ਦੀ ਗੱਲ ਕੀਤੀ ਹੈ, ਉਹਨੇ ਯਾਨੀ ਕਿ ਔਰਤਾਂ ਨੂੰ ਬਰਾਬਰਤਾ ਦੀ ਗੱਲ ਕੀਤੀ ਹੈ, ਉਹਨੇ ਦੱਬੇ ਕੁਚਲੇ ਲੋਕਾਂ ਦੀ ਯਾਨੀ ਕਿ ਬਰਾਬਰਤਾ ਦੀ ਗੱਲ ਕੀਤੀ ਹੈ, ਉਹਨੇ ਯਾਨੀ ਕਿ ਲੁੱਟ ਖਸੁੱਟ ਦੇ ਯਾਨੀ ਕਿ ਖਿਲਾਫ ਯਾਨੀ ਕਿ ਡਟ ਕੇ ਝੰਡਾ ਯਾਨੀ ਕਿ ਜਿਹੜਾ ਚੱਕਿਆ ਹੈਗਾ ਅਤੇ ਉਹਨੇ ਯਾਨੀ ਕਿ ਇਹਨਾਂ ਦੀਆਂ ਸਿਆਸੀ ਚਾਲਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਹਜੇ ਤੱਕ ਵੀ ਨਾ ਸਿਆਸੀ ਚਾਲਾਂ ਨੂੰ ਸਮਝਿਆ ਹੈਗਾ, ਨਾ ਅਸੀਂ ਯਾਨੀ ਕਿਹੜਾ ਹੈਗਾ ਦੱਬੇ ਕੁਚਲੇ ਲੋਕਾਂ ਦੇ ਖਿਲਾਫ ਯਾਨੀ ਕਿ ਖੜ੍ਹਦੇ ਹੈਗੇ ਹਾਂ, ਨਾ ਯਾਨੀ ਕਿ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ, ਸਿਰਫ ਗੱਲਾਂ ਵਿੱਚ ਹੀ ਗੱਲਾਂ ਕਰ ਰਹੇ ਹੈਗੇ ਹਾਂ ਪਰ ਪ੍ਰੈਕਟਿਸ ਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ। ਅਤੇ ਮੈਂ ਸਮਝਦਾ ਵੀ ਅੱਜ ਦੇ ਦਿਨ ਵਿੱਚ ਇਸ ਗੱਲ ਨੂੰ ਉਹਨਾਂ ਨੇ ਜਿਹੜਾ ਕਿ ਬਹੁਤ ਸਾਰੇ ਲੋਕ ਇਹ ਵੀ ਯਾਨੀ ਕਿ ਜਿਹੜਾ ਤੁਹਾਡਾ ਇੱਕ ਸਵਾਲ ਵੀ ਹੈਗਾ ਉਹਦਾ ਮੈਂ ਥੋੜ੍ਹਾ ਬਹੁਤ ਜਵਾਬ ਹੁਣੇ ਦੇ ਦੇਵਾਂ। ਬਹੁਤ ਸਾਰੇ ਯਾਨੀ ਕਿਹੜੇ ਲੋਕ ਹੈਗੇ ਆ ਉਹ ਇਸ ਗੱਲ ਦਾ ਧਰਮਚੰਦ ਯਾਨੀ ਕਿਹੜਾ ਹੈਗਾ ਇਸ ਗੱਲ ਦਾ ਪ੍ਰਚਾਰ ਕਰ ਰਹੇ ਹੈਗੇ ਲਈ ਉਹਨੇ ਉਹ ਸਿੱਖ ਯਾਨੀ ਕਿ ਧਰਮ ਵਿੱਚ ਪੈਦਾ ਹੋਇਆ ਸੀਗਾ, ਸਿੱਖੀ ਨੂੰ ਅਪਣਾਇਆ ਹੋਇਆ ਸੀਗਾ, ਅਖੀਰ ਤੱਕ ਯਾਨੀ ਕਿ ਸਿੱਖ ਰਿਹਾ। ਉਹਦਾ ਜੀ ਉਹ ਇੱਕ ਯਾਨੀ ਕਿ ਬੰਦੇ ਦੇ ਨਾਲ ਜਿਹੜਾ ਹੈਗਾ ਉਹਦਾ ਰੌਲਾ ਪਾ ਰਿਹਾ ਜੀ ਉਹਦੇ ਨਾਲ ਜੀ ਉਹਦੀ ਇੰਟਰਵਿਊ ਸੀਗੀਆਂ, ਸਭ ਝੂਠੀਆਂ ਮਨਘੜਤ ਕਹਾਣੀਆਂ ਹੈਗੀਆਂ। ਇਸ ਕਿਤਾਬ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਦਿਖਾਈ ਸੀਗੀ ਇਹਦੇ ਵਿੱਚ ਪੂਰਾ ਪ੍ਰੂਫ ਪ੍ਰੋਫੈਸਰ ਜਗਮੋਹਨ ਸਿੰਘ ਨੇ ਦਿੱਤਾ ਹੈਗਾ, ਉਹ ਸਾਡੇ ਕੋਲ ਸਭ ਕੁਛ ਮੌਜੂਦ ਹੈਗਾ ਲੈ ਵੀ ਇਹ ਕਿਹਨਾਂ ਲੋਕਾਂ ਦੀ ਸਾਜ਼ਿਸ਼ ਸੀਗੀ। ਸੋ ਮੈਂ ਇਹ ਸਮਝਦਾ ਵੀ ਉਹ ਅਖੀਰ ਤੱਕ ਨਾਸਤਕ ਰਿਹਾ ਹੈਗਾ, ਉਹਨੇ ਕੋਈ ਬਾਲ ਬੂਲ ਨਹੀਂ ਸੀ ਵਧਾਏ। ਜੇ ਤੁਸੀਂ ਇਹ ਗੱਲ ਕਹੋ ਇਹ ਆਪਣਾ ਅਕੀਦਾ ਹੈ, ਕੋਈ ਨਾਸਤਕ ਬਣਦਾ ਯਾਨੀ ਕਿ ਜਾਂ ਆਸਤਕ ਬਣਦਾ ਇਸ ਚੀਜ਼ ਨਾਲ ਸਾਡਾ ਨਹੀਂ ਕੋਈ ਰੌਲਾ, ਪਰ ਉਹਨੂੰ ਇਹ ਕਹਿਣਾ ਵੀ ਉਹ ਸਿੱਖ ਧਰਮ ਵਿੱਚ ਬਿਲੋਂਗ ਕਰਦਾ ਸੀ ਅਤੇ ਉਹਦੇ ਵਿੱਚ ਉਹਦੇ ਜਨਮ 'ਤੇ ਅਤੇ ਉਹਦੇ ਯਾਨੀ ਕਿਹੜਾ ਹੈਗਾ ਸ਼ਹੀਦੀ ਦਿਨ 'ਤੇ ਜਿਹੜੇ ਗੁਰਦੁਆਰੇ ਵਿੱਚ ਪਾਠ ਕਰਾਉਣੇ ਉਹ ਬਿਲਕੁਲ ਇਸ ਚੀਜ਼ ਦੇ ਖਿਲਾਫ ਸੀਗਾ। ਡਾਕਟਰ ਸਾਹਿਬ ਕੋਲ ਆਈਏ। ਹੈਲੋ ਜੀ, ਕਿੱਥੋਂ ਦਾ ਸਵਾਗਤ ਹੈ ਤੁਹਾਡਾ ਜੀ। ਹੈਲੋ ਜੀ, ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ ਭਾਰਤ। ਕੌਣ ਤੇ ਕਿੱਥੋਂ ਬੋਲਦੇ ਜੀ? ਪਹਿਲਾਂ ਤਾਂ ਜੀ ਮੈਂ ਪ੍ਰੇਮਾਨ ਲੰਡਨ ਤੋਂ ਬੋਲ ਰਿਹਾ। ਸਵਾਗਤ ਹੈ ਜੀ ਤੁਹਾਡਾ ਬਹੁਤ ਮਾਨ ਸਾਹਿਬ। ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਆਪਣੇ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਦੇਖੋ ਉਹਨਾਂ ਨੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਔਰ ਉਹਨਾਂ ਨੇ 24 ਸਾਲ ਦੀ ਉਮਰ ਦੇ ਵਿੱਚ ਤੇ ਆਪਣਾ ਜੀਵਨ ਸੰਘਰਸ਼ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ। ਠੀਕ। ਲੇਕਿਨ ਕੀ ਅਸੀਂ ਜਿਹੜਾ ਅੱਜ ਭਾਰਤ ਹੈ ਉਹਨਾਂ ਦੀ ਸੋਚ ਤੇ ਮੁਤਲਕ ਇਹ ਸਾਰਾ ਕੁਝ ਹੋ ਰਿਹਾ ਉੱਥੇ, ਅਗਰ ਉਹ ਅੱਜ ਜਿੰਦੇ ਹੁੰਦੇ ਤਾਂ ਉਹਨਾਂ ਨੂੰ ਦੀ ਮਨ ਨੂੰ ਕਿੰਨੀ ਠੇਸ ਪਹੁੰਚਦੀ, ਕਿੰਨਾ ਦੁੱਖ ਦਰਦ ਹੁੰਦਾ ਕਿ ਜਿਸ ਭਾਰਤ ਲਈ ਮੈਂ ਆਪਣੀ ਜਾਨ ਦਿੱਤੀ ਹੈ ਤੇ ਉਹ ਭਾਰਤ ਦੇ ਵਿੱਚ ਉਹਨਾਂ ਗਰੀਬਾਂ ਲੋਕਾਂ ਦੀ ਕੀ ਹਾਲਤ ਹੋ ਰਹੀ ਹੈ ਔਰ ਭਾਰਤ ਦੇ ਵਾਸੀ ਜਿਹੜੇ ਲੋਕ ਇਸ ਵੇਲੇ ਦੁਖੀ ਆ ਤੇ ਉਹਨਾਂ ਦੀ ਖਾਤਰ ਅਸੀਂ ਆਪਣੀ ਆਜ਼ਾਦੀ ਲਈ ਲੜਾਈ ਲੜੀ ਕਿ ਇਹ ਜਿਹੜੇ ਲੋਕ ਕਾਲੇ ਅੰਗਰੇਜ਼ ਦੇ ਹੱਥ ਆ ਗਿਆ ਰਾਜ, ਬਹੁਤ ਹੀ ਸ਼ਰਮਨਾਕ ਖਾਤਰ ਗੱਲ ਹੈਗੀ ਆ। ਇਸ ਵੇਲੇ ਦੇਸ਼ ਦੀ ਆਜ਼ਾਦੀ ਨੂੰ ਦੁਬਾਰਾ ਫਿਰ ਖਤਰਾ ਹੋ ਰਿਹਾ ਕਿਉਂਕਿ ਉਹਦੀ ਆਜ਼ਾਦੀ ਦੇ ਲਈ ਫਿਰ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ। ਕਿਹਦੇ ਖਿਲਾਫ? ਆਪਣੇ ਹੀ ਕਾਲੇ ਲੋਕਾਂ ਦੇ ਖਿਲਾਫ। ਤੇ ਇਸ ਕਰਕੇ ਭਗਤ ਸਿੰਘ ਜੀ ਦੀ ਉਹਨਾਂ ਦੀ ਜੋ ਸੋਚ ਸੀ ਉਹਨੂੰ ਸਾਨੂੰ ਪ੍ਰਫੁੱਲਤ ਕਰਨਾ ਚਾਹੀਦਾ। ਉਹਨਾਂ ਦੀ ਸੋਚ ਨੌਜਵਾਨਾਂ ਨੂੰ ਚੱਲਣਾ ਚਾਹੀਦਾ ਕਿ ਭਾਰਤ ਦਾ ਸੰਵਿਧਾਨ ਉਹਨਾਂ ਨੇ ਕਿਸ ਤਰ੍ਹਾਂ ਬਚਾਉਣਾ ਆ। ਇਸ ਵੇਲੇ ਭਾਰਤ ਦੇ ਸੰਵਿਧਾਨ ਨੂੰ ਬਹੁਤ ਖਤਰਾ ਹੈਗਾ ਆ ਤੇ ਇਸ ਕਰਕੇ ਜਿੰਨੇ ਅੱਜ ਦੇਖ ਲਓ ਯੂਪੀ ਦੇ ਵਿੱਚ ਕੀ ਰਹੇ ਹੋ। ਤੁਸੀਂ ਦੱਸਿਆ ਵੀ ਪ੍ਰੋਗਰਾਮ ਅਸੀਂ ਕੱਲ੍ਹ ਨੂੰ ਕਰਨਾ, ਪਰ ਕੱਲ੍ਹ ਨੂੰ ਅਸੀਂ ਬਿਜ਼ੀ ਹੋਣਾ, ਥੋੜ੍ਹਾ ਜਿਹਾ ਉੱਧਰ ਜਾਣਾ ਹੈਗਾ ਇੰਡੀਆ ਹਾਊਸ। ਤੁਸੀਂ ਅਨਾਊਂਸਮੈਂਟ ਕੀਤੀ ਆ, ਮੈਂ ਤੁਹਾਨੂੰ ਮੈਸੇਜ ਵੀ ਭੇਜਿਆ, ਤੁਸੀਂ ਦੇਖਿਆ ਨਹੀਂ ਹੋਣਾ। ਅਤੇ ਇਸ ਕਰਕੇ
ਬਾਕੀ ਹੋਰ ਕਾਲਰ ਵੀ ਤੁਹਾਡੇ ਨਾਲ ਜੁੜਨਗੇ, ਵਧਾਈਆਂ ਦੇਣਗੇ। ਮੇਰੇ ਵੱਲੋਂ ਫਿਰ ਇੱਕ ਭਗਤ ਸਿੰਘ ਸ਼ਹੀਦ ਜੀ ਉਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਵਧਾਈਆਂ। ਉਹਨਾਂ ਦੀ ਸੋਚ ਤੇ ਸਾਨੂੰ ਚੱਲਣਾ ਪੈਣਾ ਹੈ, ਆਉਣ ਵਾਲੇ ਨੌਜਵਾਨਾਂ ਨੂੰ ਵੀ ਚੱਲਣਾ ਪਏਗਾ ਤੇ ਤਾਂ ਹੀ ਅਸੀਂ ਸੰਵਿਧਾਨ ਦੀ ਰੱਖਿਆ ਕਰ ਸਕਦੇ ਹਾਂ। ਜੈ ਭੀਮ, ਜੈ ਭਾਰਤ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਟਾਈਮ ਕੱਢ ਕੇ ਕੋਲ ਕੀਤੀ ਔਰ ਬਹੁਤ ਵਧੀਆ ਵਿਚਾਰ ਪੇਸ਼ ਕਰਕੇ ਗਏ। ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ। ਹਾਂਜੀ ਡਾਕਟਰ ਸਾਹਿਬ ਆਪਣੀ ਗੱਲ ਨੂੰ ਕੰਟੀਨਿਊ ਰੱਖੋ। ਮੈਂ ਜਾਣੀ ਕਿ ਜਿਹੜੀ ਗੱਲ ਸੀ ਕਰ ਰਹੇ ਇੱਕ ਤਾਂ ਜਦੋਂ ਅਸੀਂ ਕੋਈ ਲਿਖਤ ਪੜ੍ਹਦੇ ਹਾਂ ਜਿਹੜੀ ਕਿ ਭਗਤ ਸਿੰਘ ਨੇ ਬਾਰ-ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈਗਾ ਵੀ ਉਹਨੂੰ ਇਨ ਬਿਨ ਨਾ ਮੰਨੋ। ਉਹਨਾਂ ਨੇ ਕਿਹਾ ਹਰ ਇੱਕ ਚੀਜ਼ ਨੂੰ ਆਲੋਚਨਾਤਮਕ ਤਰੀਕੇ ਨਾਲ ਕ੍ਰਿਟੀਕਲੀ ਯਾਨੀ ਕਿ ਉਸ ਚੀਜ਼ ਵੱਲ ਦੇਖੋ। ਹੈਲੋ ਜੀ, ਕੌਣ ਕਿੱਥੋਂ ਸਵਾਗਤ ਹੈ ਤੁਹਾਡਾ ਜੀ? ਜੈ ਗੁਰਦੇਵ ਜੀ, ਮਹੇਸ਼ ਸਾਹਿਬ ਜੀ, ਜੈ ਮਿਲੋ ਮਨੁੱਖਤਾ ਜੀ। ਹਾਂਜੀ ਜੈ ਗੁਰਦੇਵ ਜੀ, ਹਾਂਜੀ ਜੈ ਭੀਮ ਜੀ। ਮੈਂ ਜਗਿੰਦਰ ਮਹੇਸ਼ ਜੋਗੀ ਬੋਲਦਾ ਜੀ। ਜੇ ਇਜਾਜ਼ਤ ਹੋਵੇ ਤਾਂ ਚੱਲਦਾ ਇਹਨਾਂ ਨਾਲ ਭਗਤ ਸਿੰਘ ਦੇ ਬਾਰੇ ਬੋਲ ਸਕਦੇ ਹਾਂ। ਪ੍ਰੋਗਰਾਮ ਹੀ ਭਗਤ ਸਿੰਘ ਬਾਰੇ ਕਰੋ ਗੱਲ ਤੁਸੀਂ। ਹਾਂਜੀ ਹਾਂਜੀ। ਵਿਆਹੁਣ ਆਜ਼ਾਦੀ ਤੁਰ ਪਏ ਵੀਰੇ, ਬੰਨ ਗੁੱਟਾਂ ਦੇ ਗਾਨੇ, ਲਾ ਕੇ ਹੱਥੀ ਖੂਨ ਦੀ ਮਹਿੰਗੀ ਤੁਰਦੇ ਦਿਸਦੇ ਹੋਏ ਦੀਵਾਨੇ। ਰਾਜਗੁਰੂ ਸੁਖਦੇਵ ਭਗਤ ਸਿੰਘ ਅਣਖ ਬੁਖਾਰ ਵਿਖਾਈ ਸੀ, ਇਹਨਾਂ ਸ਼ੇਰਾਂ ਨੇ ਦੇਸ਼ ਕਾਮ ਦੀ ਖਾਤਰ ਹਾਸਾ ਜਾਨ ਗਵਾਈ ਸੀ। ਕਹਿੰਦੇ ਬਿਲਿਆ ਹੁਣ ਨਹੀਂ ਚੱਲਣੇ ਸਾਡੇ ਕੋਲ ਬਹਾਨੇ, ਲਾ ਕੇ ਹੱਥੀ ਖੂਨ ਦੀ ਮਹਿੰਗੀ ਤੁਰਦੇ ਦਿਸਦੇ ਹੋਏ ਦੀਵਾਨੇ। ਲਾਡਲੇ ਪੁੱਤਰ ਮਾਮਾ ਦੇ ਜੋ ਦੇਸ਼ ਧਰਮ ਲਈ ਲੜਦੇ ਸੀ, ਹਾਸਾ ਰਸੂਲੀ 40 ਜਾਨਾਂ ਰਤਾ ਫਿਰ ਮੈਂ ਕਰਦੇ ਸੀ। ਸਿਰ ਧਰਦੀ ਨੂੰ ਲਾਈ ਬਾਜੀ ਬੰਨ ਲੈ ਨਜ਼ਰ ਨਿਸ਼ਾਨੇ, ਲਾ ਕੇ ਹੱਥੀ ਖੂਨ ਦੀ ਮਹਿੰਗੀ ਤੁਰਦੇ ਦਿਸਦੇ ਹੋਏ ਦੀਵਾਨੇ। ਆਪਾਂ ਵਾਰ ਵਿਖਾਇਆ ਦੇਖੋ ਯੋਧੇ ਅਣਖੀ ਵੀਰਾਂ ਨੇ, ਚਾਰੇ ਵਾਰ ਵਿਖਾਏ ਪੁੱਤਰ ਕਲਗੀਆਂ ਵਾਲੇ ਪੀਰਾਂ ਨੇ। ਕਿਉਂ ਸਾਡੇ ਉੱਤੇ ਰੋਬ ਜਮਾਉਂਦੇ ਗੋਰੇ ਲੋਕ ਬਿਗਾਨੇ, ਲਾ ਕੇ ਹੱਥੀ ਖੂਨ ਦੀ ਮਹਿੰਗੀ ਤੁਰਦੇ ਦਿਸਦੇ ਹੋਏ ਦੀਵਾਨੇ। ਮਹੇਸ਼ ਜੋਗੀ ਮੈਂ ਗੱਲ ਨੂੰ ਸਹਿੰਦਾ ਹੁਣ ਖਾਂਦਾ ਖੂਨ ਉਬਾਲੇ ਆ, ਕਹਿੰਦਾ ਵਿਆਹੁਣ ਆਜ਼ਾਦੀ ਜਾਣਾ ਲੈ ਕੇ ਆਉਣੀ ਨਾਲੇ ਆ। ਬੰਨ ਬਸੰਤੀ ਚੀਰੇ ਤੁਰਦੇ ਹੋਏ ਮਸਤਾਨੇ, ਲਾ ਕੇ ਹੱਥੀ ਖੂਨ ਦੀ ਮਹਿੰਗੀ ਤੁਰਦੇ ਹੋਏ ਦਿਸਦੇ ਦੀਵਾਨੇ। ਜੈ ਗੁਰਦੇਵ ਜੀ, ਜੋ ਅੱਖਰ ਵਾਧਾ ਘਟਾ ਹੋ ਗਏ ਕਿਉਂ ਦੀ ਜਾਗਦੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਹੁਤ ਵਧੀਆ ਤੁਸੀਂ ਕਵਿਤਾ ਬੋਲੀ ਹੈ, ਤੁਹਾਡਾ ਧੰਨਵਾਦ। ਡਾਕਟਰ ਸਾਹਿਬ ਆਪਣੀ ਗੱਲ ਨੂੰ। ਹਾਂ, ਮੈਂ ਉਹੀ ਅਸੀਂ ਗੱਲ ਕਰ ਰਿਹਾ ਵੀ ਜਿਹੜੀਆਂ ਵਹਿਮਾਂ ਭਰਮਾਂ ਦੇ ਖਿਲਾਫ ਉਹਨਾਂ ਨੇ ਡਟ ਕੇ ਯਾਨੀ ਕਿ ਵਿੱਚ ਲਿਖਿਆ ਹੈਗਾ, ਅਸੀਂ ਉਹ ਵੀ ਬਾਬਾਬਾਦ ਤੋਂ ਅਤੇ ਡੇਰਾਬਾਦ ਤੋਂ ਵੀ ਕਿਸੇ ਪਾਸੇ ਯਾਨੀ ਕਿ ਨਹੀਂ ਹਟੇ ਹੈਗੇ। ਫਿਰ ਜਿਹੜੀ ਯਾਨੀ ਕਿ ਔਰਤ ਉਹਨਾਂ ਦਾ ਜਾਂ ਔਰਤ ਕਹਿਤਾ ਯਾਨੀ ਕਿ ਜਿਹੜਾ ਆਦਮੀ ਉਹਨਾਂ ਦੀ ਟੋਇਲਟਸ ਯਾਨੀ ਕਿ ਚੱਕਦਾ ਹੁੰਦਾ ਸੀ ਉੱਥੋਂ, ਜਦੋਂ ਜੇਲ੍ਹ ਵਿੱਚ ਸੀਗੇ ਉਹ, ਉਹਨਾਂ ਨੂੰ ਬੇਬੇ ਕਹਿੰਦੇ ਹੁੰਦੇ ਸੀ। ਉਹ ਕਹਿੰਦੇ ਲੈ ਵੀ ਉਹ ਤਾਂ ਅਸੀਂ ਯਾਨੀ ਕਿ ਕਹਿੰਦੇ ਵੀ ਜਾਂ ਤਾਂ ਮੇਰੀ ਟੋਇਲਟ ਜਿਹੜੀ ਹੈਗੀ ਮੇਰੀ ਆਪਣੀ ਮਾਂ ਨੇ ਜਿਹਨੂੰ ਬੇਬੇ ਕਹਿੰਦੇ ਸੀ ਉਹਨੇ ਚੱਕੀ ਹੈ, ਅਤੇ ਯਾਨੀ ਕਿ ਜਾਂ ਉਹਨੇ ਚੱਕੀ ਹੈ। ਯਾਨੀ ਕਿ ਸਤਿਕਾਰ ਦੀ ਗੱਲ ਹੈ। ਯਾਨੀ ਕਿ ਮੈਂ ਸਮਝ ਲਿਆ ਵੀ ਅੱਛਾ ਡਾਕਟਰ ਸਾਹਿਬ, ਹਾਂਜੀ ਆਪਾਂ ਗੱਲ ਜੇਲ੍ਹ ਦੀ ਕਰਦੇ ਹਾਂ। ਮੈਂ ਥੋੜ੍ਹਾ ਜਿਹਾ ਬਚਪਨ ਵੱਲ ਜਾਣਾ ਚਾਹੁੰਦਾ। ਹਾਂ, ਸ਼ਹੀਦ ਭਗਤ ਸਿੰਘ ਨੇ ਜਿਹੜੀ ਆਪਣੀ ਐਜੂਕੇਸ਼ਨ ਉਹ ਨੈਸ਼ਨਲ ਕਾਲਜ ਲਾਹੌਰ ਤੋਂ ਉਹਨਾਂ ਨੇ ਪ੍ਰਾਪਤ ਕੀਤੀ। ਬਿਲਕੁਲ। ਜਿੰਨੀ ਉਹਨਾਂ ਦੀ ਐਜੂਕੇਸ਼ਨ ਸੀ ਉਹ ਕੋਈ ਵੀ ਬਹੁਤ ਵਧੀਆ ਪੋਸਟ ਲੈ ਸਕਦੇ, ਬਹੁਤ ਵਧੀਆ ਨੌਕਰੀ ਮਿਲ ਸਕਦੀ ਸੀ, ਲੇਕਿਨ ਪੋਸਟ ਲਈ ਨਹੀਂ। ਹੈਲੋ ਜੀ, ਕੋਲ ਕਿੱਥੋਂ ਦਾ ਸਵਾਗਤ ਹੈ ਤੁਹਾਡਾ? ਹੈਲੋ ਜੀ, ਜੈ ਭੀਮ, ਜੈ ਭਾਰਤ। ਮੈਂ ਫਰੀਦਕੋਟ ਚੌਹਾਨ ਬੋਲਦਾ ਬਰਮਿੰਘਮ ਤੋਂ। ਜੈ ਭੀਮ ਚੌਹਾਨ ਸਾਹਿਬ, ਕੀ ਕਹਿਣਾ ਚਾਹੁੰਦੇ ਆ? ਦੇਖੋ, ਅੱਜ ਸ਼ਹੀਦ ਭਗਤ ਸਿੰਘ ਉਹਨਾਂ ਦੇ ਜਨਮ ਦਿਵਸ ਤੇ ਵਿਚਾਰ ਹੋ ਰਹੀ ਹੈ। ਇਹ ਬਹੁਤ ਚੰਗੀ ਗੱਲ ਹੈ, ਕਿਉਂਕਿ ਦੇਖੋ ਜਿਹੜੀ ਉਹਨਾਂ ਦੀ ਵਿਚਾਰਧਾਰਾ ਸੀਗੀ ਉਹ ਤੇ ਜ਼ਰੂਰ ਮਤਲਬ ਸਪਸ਼ਟ ਕਰਨਾ ਚਾਹੀਦਾ, ਕਿਉਂਕਿ ਜਿਹੜਾ ਮਤਲਬ ਭਾਰਤ ਦੇ ਵਿੱਚ ਜਿਹੜਾ ਉਹ ਰੀਤੀ ਚੱਲੀ ਹੋਈ ਆ ਵੀ ਵਿਚਾਰਧਾਰਾ ਨੂੰ ਬਹੁਤ ਜਾਣੀ ਉਹਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ। ਜਾਣੀ 28 ਸਤੰਬਰ 1907 ਨੂੰ ਉਹਨਾਂ ਦਾ ਜਨਮ ਹੋਇਆ ਸੀਗਾ, ਤੇ ਉਹ ਦੇਖੋ ਵੀ ਉਹ ਵਿਦਿਆਰਥੀ ਹੁੰਦਿਆਂ ਉਹਨੇ ਇੰਨਾ ਅਧਿਐਨ ਕੀਤਾ। ਔਰ ਉਸ ਵੇਲੇ ਦੇਖੋ ਵੀ ਜਿਹੜੀ ਉਹਨਾਂ ਦੇ ਜਿਸ ਵੇਲੇ ਰੂਸ ਦਾ ਜਿਹੜਾ ਇਨਕਲਾਬ ਆਇਆ 1917 'ਚ, ਉਦੋਂ ਉਹਨਾਂ ਦੀ 10 ਸਾਲ ਉਮਰ ਸੀ। ਫਿਰ ਦੇਖ ਲਓ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ। ਬਿਲਕੁਲ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਜਾਨੀ ਭਾਰਤ ਦੀ ਉਸ ਵੇਲੇ ਦੀ ਸਥਿਤੀ ਕੀ ਸੀ। ਜਿਹੜੇ ਉਸ ਵੇਲੇ ਦੇ ਆਪਣੇ ਆਪ ਨੂੰ ਲੀਡਰ ਕਹਾਉਂਦੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ। ਜਿਸ ਤਰ੍ਹਾਂ ਵੀਰ ਸਾਵਰਕਰ ਦਾ ਦੇਖ ਲਓ ਟਾਈਮ ਹੋਈ ਹੈ, ਬਾਲ ਗੰਗਾਧਰ ਤਿਲਕ ਦਾ, ਮੋਹਨਦਾਸ ਗਾਂਧੀ ਦਾ, ਔਰ RSS ਵੀ 1925 'ਚ ਬਣੀ। ਉਹ ਲੋਕਾਂ ਨੂੰ ਜਾਣੀ ਇੰਨੇ ਗਲਤ ਦੱਸਦੇ ਸੀ ਵੀ ਅਸੀਂ ਇੱਥੇ ਹਿੰਦੂ ਰਾਸ਼ਟਰ ਬਣਾਉਣਾ।
ਔਰ ਇਲਾਕਾ ਪ੍ਰਸਤੀ ਦੀਆਂ ਗੱਲਾਂ ਕਰਦੇ ਸੀ। ਪਰ ਭਗਤ ਸਿੰਘ ਦੀ ਦੇਖ ਲਓ ਬਹੁਤ ਯੰਗ ਉਮਰ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਬਿਲਕੁਲ ਜਾਣੀ ਸਾਫ਼ ਹੋ ਗਈ ਸੀ। ਜਾਣੀ ਉਹਨੇ ਕਿਹਾ ਸੀ ਵੀ ਅੰਗਰੇਜ਼ਾਂ ਨੂੰ ਤਾਂ ਭਾਰਤ ਦੇ ਵਿੱਚੋਂ ਕੱਢਣਾ ਹੀ ਕੱਢਣਾ, ਪਰ ਭਾਰਤ ਦੇ ਵਿੱਚੋਂ ਜਿਹੜੀ ਆਰਥਿਕ ਜਿਹੜੀ ਨਾ ਬਰਾਬਰੀ ਆ, ਸਮਾਜਿਕ ਨਾ ਬਰਾਬਰੀ ਆ, ਇਹ ਖਤਮ ਕਰਨੀ ਹੈ ਔਰ ਇਹ ਸੰਘਰਸ਼ ਨਾ ਹੋਣੀ ਹੈ। ਕਿਉਂਕਿ ਜਿਹੜਾ ਉੱਥੇ ਕਿਹਾ ਜਾਂਦਾ ਜੀ ਵੀ ਇਹ ਤਾਂ ਪਿਛਲੇ ਜਨਮਾਂ ਦਾ ਫਲ ਹੈ, ਇਹ ਕਿਸਮਤ ਦਾ, ਉਹ ਭਗਤ ਸਿੰਘ ਇਹਨਾਂ ਚੀਜ਼ਾਂ ਦੇ ਬਹੁਤ ਖਿਲਾਫ ਸਨ। ਤੁਸੀਂ ਦੇਖੋ ਵੀ ਉਹ ਜਿਹੜਾ ਨਾਸਤਿਕ ਜਿਹੜੇ ਬਣੇ ਆ, ਕਿਉਂਕਿ ਉਸ ਵੇਲੇ ਦੇ ਨਾਸਤਿਕ ਬਹੁਤ ਘੱਟ ਸਨ ਇੱਦਾਂ ਸੀ ਜੀ। ਕਿਉਂਕਿ ਉਹਨਾਂ ਦੀ ਜਿਹੜੀ ਸੋਚ ਜਿਹੜੀ ਸੀਗੀ ਉਹ ਬਿਲਕੁਲ ਐਨ ਠੀਕ ਹੋ ਗਈ ਸੀ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਜੋ ਕੁਝ ਵੀ ਹੋਇਆ ਉਹਨੇ ਆਪ ਦੇਖਿਆ, ਜਾਨੀ ਭਾਰਤ ਜਿਹੜੇ ਦਲਿਤਾਂ ਨਾਲ ਜੋ ਕੁਝ ਹੁੰਦਾ ਉਹਨੇ ਆਪ ਦੇਖਿਆ ਸੀ। ਉਹ ਛੂਤ-ਛਾਤ ਦੇ ਬਹੁਤ ਵਿਰੁੱਧ ਸਨ। ਉਹ ਜਿਹੜਾ ਸਮਾਜਿਕ ਭੇਦ-ਭਾਵ ਆ, ਜਾਤ ਪਾਤ ਦੀ, ਇਹਦੇ ਵੀ ਉਹ ਬਹੁਤ ਵਿਰੁੱਧ ਸਨ। ਉਹ ਕਹਿੰਦੇ ਸਨ ਵੀ ਜੇ ਸੰਘਰਸ਼ ਕਰਨਾ ਤਾਂ ਜਿਹੜੀ ਜਾਤ ਦਾ ਵਿਤਕਰਾ ਇਹ ਖਤਮ ਹੋਣਾ ਚਾਹੀਦਾ। ਕਿਉਂਕਿ ਅੱਜ ਦੇ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਇਹਦੇ ਬਾਰੇ ਜ਼ਰੂਰ ਇਹ ਜਿੱਦਾਂ ਡਾਕਟਰ ਸਾਹਿਬ ਹੁਣੇ ਵੀ ਦੱਸ ਗਏ ਆ ਵੀ ਉੱਥੇ ਭਾਰਤ ਦੇ ਵਿੱਚ ਜਾਨੀ ਮੈਂ ਤਾਂ ਹੈਰਾਨ ਆ ਵੀ ਬਹੁਤ ਕਾਂਗਰਸ ਵੀ ਨਹੀਂ ਨਾਸਤਿਕ, ਕਿਉਂਕਿ ਜਿਹੜੀ ਉੱਥੇ ਤਦੇ ਹੀ ਨਹੀਂ ਉਹ ਲਹਿਰ ਗਾਂ ਚੱਲੀ। ਕਿਉਂਕਿ ਜਿਹੜੇ ਡਾਂਗੇ ਹੋਈ ਸਨ ਉਹਨੇ ਮਤਲਬ ਲੋਕਾਂ ਨੂੰ ਕਹਿੰਦੇ ਰਹੇ, ਪਰ ਉਹ ਆਪ ਤਾਂ ਉਹ ਹੋਰ ਵਿਚਾਰਧਾਰਾ ਦੇ ਸਨ। ਯਾਨੀ ਅੱਜ ਦਾ ਜਿਹੜਾ ਵਕਤ ਆ ਵੀ ਜਿਹੜਾ ਬਹੁਤ ਵਧੀਆ ਜਿਹੜਾ ਆਪ ਗੱਲਬਾਤ ਕਰ ਰਹੇ ਹੋ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਸੋਸ਼ਲ ਤੇ ਜਿਹੜਾ ਇਹ ਰੈਵੋਲੂਸ਼ਨ ਆਉਣਾ, ਆਰਥਿਕ ਰੈਵੋਲੂਸ਼ਨ ਆਉਣਾ, ਉਹਨਾਂ ਦੀਆਂ ਵਿਚਾਰਾਂ ਤੋਂ ਚੱਲ ਕੇ ਆਉਣਾ। ਬਿਲਕੁਲ 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 ਸਹੀ ਹੈ। ਮਤਲਬ ਸੰਘਰਸ਼ ਨਾਲ ਆਉਣਾ, ਉਹ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਨਹੀਂ ਆਉਣਾ। ਮੈਂ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਨੂੰ ਦੇ ਜਨਮ ਤੇ ਬਹੁਤ ਵਧਾਈ ਦਿੰਦਾ ਹਾਂ। ਜੈ ਭੀਮ, ਜੈ ਭਾਰਤ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਚੌਹਾਨ ਸਾਹਿਬ, ਤੁਸੀਂ ਬਹੁਤ ਉਮਦਾ ਵਿਚਾਰ ਦੇ ਕੇ ਗਏ ਹੋ। ਮੈਂ ਆਮ ਤੌਰ 'ਤੇ ਕਿਹਾ ਕਰਦਾ ਕਿ ਫਕੀਰ ਚੰਦ ਚੌਹਾਨ ਜੀ ਹਮੇਸ਼ਾ ਆਪਣੀ ਗੱਲ ਕਹਿਣ ਲਈ ਤਿਆਰ ਹੋ ਕੇ ਆਉਂਦੇ ਆ ਔਰ ਉਹਨਾਂ ਦੀ ਜਿਹੜੀ ਸਟੱਡੀ ਆ ਉਹ ਆਪਣੇ ਮਸਲੇ ਦੇ ਬਾਰੇ ਹੁੰਦੀ ਆ। ਬਹੁਤ ਬਹੁਤ ਧੰਨਵਾਦ ਚੌਹਾਨ ਸਾਹਿਬ ਜੀ। ਮੈਂ ਗੱਲ ਕਰ ਰਿਹਾ ਸੀਗਾ ਕਿ ਉਹ ਐਜੂਕੇਟ ਇੰਨੇ ਹੋ ਗਏ ਸੀਗੇ, ਉਹ ਜਿਹੜੀ ਮਰਜ਼ੀ ਵੱਡੀ ਤੋਂ ਵੱਡੀ ਪੋਸਟ ਲੈ ਸਕਦੇ ਵਿਦਆਊਟ ਡਾਊਟ, ਪਰ ਉਹਨਾਂ ਨੇ ਇਹ ਜਿਹੜਾ ਬਗਾਵਤ ਦਾ ਰਾਹ ਚੁਣਿਆ, ਉਹਨੇ ਕੀ ਦੇਖਿਆ ਕਿ ਕਿਹੜੀ ਚੀਜ਼ ਉਹਨਾਂ ਨੂੰ ਪਸੰਦ ਨਹੀਂ ਆਈ ਅੰਗਰੇਜ਼ਾਂ ਵੱਲੋਂ? ਦੇਖੋ ਮੇਰੇ ਸਾਹਮਣੇ ਜਿਹੜਾ ਫੈਸਲਾ 13 ਸਾਲ ਦੀ ਉਮਰ 'ਚ ਲੈਣਾ, ਬਿਲਕੁਲ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ। ਤੁਸੀਂ ਜਦੋਂ ਉਹਨਾਂ ਦੀਆਂ ਲਿਖਤਾਂ ਪੜ੍ਹਦੇ ਆ, ਉਹਨਾਂ ਦੀ ਜੀਵਨੀ ਬਾਰੇ ਪੜ੍ਹਦੇ ਆ, ਉਹਨਾਂ ਦਾ ਪਰਿਵਾਰ ਸਾਰਾ ਹੀ ਇੱਦਾਂ ਸੀ। ਉਹਨਾਂ ਦੇ ਬਾਬਾ ਜੀ ਨੇ ਕਹਿ ਦਿੱਤਾ ਸੀ ਵੀ ਇਹ ਮੇਰੇ ਜਿਹੜੇ 2 ਪੋਤੇ ਹੈ, ਕਿਉਂਕਿ ਇਹਨਾਂ ਦਾ ਵੱਡਾ ਭਰਾ ਵੀ ਸੀਗਾ, ਉਹਦੀ ਡੈਥ ਹੋ ਗਈ ਸੀ 11 ਸਾਲ ਦਾ ਸੀ ਜਦੋਂ ਮਰ ਗਿਆ ਉਹ। ਹਾਂਜੀ। ਉਹਨੇ ਕਹਿਤਾ ਸੀ ਇਹ ਮੈਂ ਇਸੇ ਕੰਮ ਲਈ ਸਮਰਪਿਤ ਕਰਤੇ ਹੈ। ਜਦੋਂ ਭਗਤ ਸਿੰਘ ਦੇ ਫਾਦਰ ਸਾਹਿਬ ਨੇ ਇਹਨਾਂ ਨੂੰ ਸੋਚਿਆ ਲੈ ਵੀ ਇਹਦਾ ਵਿਆਹ ਵੀ ਕਰਦੇ, ਤੇ ਇਹ ਦੌੜ ਗਏ, ਫਿਰ ਇਹ ਕਾਨਪੁਰ ਨੂੰ ਚਲ ਗਏ। ਇਹ ਕਹਿੰਦੇ ਲੈ ਵੀ ਨਹੀਂ, ਮੇਰੇ ਬਾਬਾ ਜੀ ਨੇ ਮੈਨੂੰ ਪਹਿਲਾਂ ਕਹਿ ਦਿੱਤਾ ਹੈਗਾ ਲੈ ਵੀ ਅਸੀਂ ਚਾਚਾ ਵੀ ਸੀਗਾ। ਹਾਂ, ਚਾਚਾ ਵੀ ਸੀਗਾ, ਪਰ ਬਾਬਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਕਿਉਂਕਿ ਬਾਬਾ ਜੀ ਵੀ ਇੱਧਰਲੇ ਪਾਸੇ ਸੀ। ਬਾਬਾ ਜੀ ਨੇ ਜਾਣੀ ਕਿ ਜਿਹੜਾ ਹੈਗਾ ਜ਼ਬਰਦਸਤ ਵਿਰੋਧ ਕੀਤਾ ਗੋਰਿਆਂ ਦਾ। ਫਿਰ ਇਹਨਾਂ ਦੇ ਫਾਦਰ ਸਾਹਿਬ ਨੇ ਡਟ ਕੇ ਜਾਣੀ ਕਿ ਵਿਰੋਧ ਕੀਤਾ ਗੋਰਿਆਂ ਦਾ। ਜਾਣੀ ਕਿ ਇਹ ਤਾਂ ਭਗਤ ਸਿੰਘ ਇੰਨਾ ਨਿਡਰ ਸੀਗਾ, ਜਦੋਂ ਉਹ ਪਤਾ ਨਹੀਂ ਜੈਤੋ ਦਾ ਮੋਰਚਾ ਸੀਗਾ ਜਾਣੀ ਕਿ ਜਾਂ ਜਦੋਂ ਅਕਾਲੀਆਂ ਦਾ ਮੋਰਚਾ ਸੀਗਾ ਕੋਈ, ਅਤੇ ਗੋਰਿਆਂ ਨੇ ਕਿਹਾ ਸੀ ਇਹਨਾਂ ਨੂੰ ਕੋਈ ਜਿਹੜਾ ਹੈਗਾ ਰੋਟੀ ਪਾਣੀ ਨਹੀਂ ਦੇ ਸਕਦਾ। ਇਹਨੇ ਸਾਰਾ ਅਰੇਂਜਮੈਂਟ ਕੀਤਾ, ਖਾਣ ਪੀਣ ਦਾ ਅਰੇਂਜਮੈਂਟ ਕੀਤਾ, ਅਤੇ ਇਹਨੂੰ ਕਮਾਦ ਦੇ ਵਿੱਚ ਜਾਣੀ ਕਿ ਸਾਰਾ ਸਮਾਨ ਸਮੂਨ ਲੁਕੋਇਆ ਸੀ, ਉਹਨਾਂ ਨੂੰ ਖਿਲਾਇਆ ਪਿਲਾਇਆ। ਜਾਣੀ ਕਿ ਇੱਦਾਂ ਰਿਸਕ ਲੈਣਾ। ਫਿਰ ਜਾਣੀ ਕਿ ਛੋਟੀ ਉਮਰ ਦੇ ਵਿੱਚ ਹੀ ਉੱਥੇ ਅੰਮ੍ਰਿਤਸਰ ਆਪਣੇ ਆਪ ਆਇਆ। ਉੱਥੋਂ ਜਾ ਕੇ ਜਿਹੜਾ ਹੈਗਾ ਮਿੱਟੀ ਚੱਕੀ ਇਹਨੇ, ਜਿੱਥੇ 1919 ਦਾ ਸਾਕਾ ਇਨਕੇ ਹੋਇਆ, ਅਤੇ ਮਿੱਟੀ ਅਜੇ ਵੀ ਅਲਮਾਰੀ ਵਿੱਚ ਘਰ ਵਿੱਚ ਰੱਖੀ ਸੀ। ਵੀ ਇੱਧਰਲੇ ਪਾਸੇ ਪੂਰੀ ਤਰ੍ਹਾਂ ਪ੍ਰਣਾਇਆ ਸੀ, ਜਿਹਨੂੰ ਕਹਿੰਦੇ ਹਨ ਨਾ ਪ੍ਰੋਫੈਸ਼ਨਲ ਇਨਕਲਾਬੀ ਸੀ। ਇਹ ਪ੍ਰੋਫੈਸ਼ਨਲ ਇਨਕਲਾਬੀ ਸੀ, ਅਤੇ ਇਹ ਕਹਿੰਦਾ ਵੀ ਸੀਗਾ ਵੀ ਜੇ ਤੁਸੀਂ ਦੇਸ਼ ਦਾ ਵਿੱਚ ਕੋਈ ਜਿਹੜਾ ਬਦਲਾਵ ਲਿਆਉਣਾ ਹੈਗਾ ਤਾਂ ਤੁਹਾਨੂੰ ਪ੍ਰੋਫੈਸ਼ਨਲ ਇਨਕਲਾਬੀ ਇਨਕੇ ਬਣਨਾ ਪਊਗਾ। ਇੱਕ ਹੋਰ ਬਹੁਤ ਵਧੀਆ ਗੱਲ ਮੈਨੂੰ ਪੜ੍ਹਨ ਨੂੰ ਮਿਲੀ, ਹਾਂਜੀ ਸੀਗੀ ਵੀ ਤਕਰੀਬਨ 57 ਆਜ਼ਾਦੀ ਦੇ ਘੁਲਾਟੀਏ ਹੋਏ ਜਿਹੜੇ ਸ਼ਹੀਦ ਹੋਏ। ਹਾਂਜੀ ਹਾਂਜੀ। ਉਹਨਾਂ ਸਾਰੇ ਦੇ ਨਾਲ ਸ਼ਹੀਦ ਲੱਗਦਾ ਭਗਤ ਸਿੰਘ ਇਕੱਲਾ ਹੀ ਇੱਕ ਹੁਨਰਯੋਗ ਆਦਮੀ ਸੀ ਜਿਹਨਾਂ ਸ਼ਹੀਦ ਆਜ਼ਮ ਲੱਗਦਾ। ਬਿਲਕੁਲ ਸ਼ਹੀਦਾਂ ਦਾ ਸਰਤਾਜ ਕਹਿ ਲਓ। ਇਹ ਇੱਕ ਬਹੁਤ ਪ੍ਰਾਪਤੀ ਸੀ। ਅੱਛਾ, ਇਹਨਾਂ ਦੀ ਜ਼ਿੰਦਗੀ ਦੇ ਨਾਲ ਕਰਤਾਰ ਸਿੰਘ ਸਰਾਭੇ ਦਾ ਉਹ ਵੀ ਤੁਹਾਨੂੰ ਮੈਂ ਕਰਤਾਰ ਸਿੰਘ ਸਰਾਭੇ ਤੁਸੀਂ ਗੱਲ ਕੀਤੀ ਹੈ। ਜਦੋਂ ਕਰਤਾਰ ਸਿੰਘ ਸਰਾਭਾ ਯਾਨੀ ਕਿ ਉੱਥੇ ਗਿਆ ਹੈਗਾ ਆਪਣੇ ਅਮਰੀਕਾ ਤੋਂ,
ਇਹਨਾਂ ਦੇ ਘਰ ਵੀ ਜਾਂਦਾ ਰਿਹਾ ਕਿਉਂਕਿ ਉਹ ਵੀ ਯੰਗ ਸੀ। ਉਹ ਹੀ ਵਾਸ ਵੈਰੀ ਯੰਗ। ਤੇ ਇਹ ਆਪਣਾ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦਾ ਸੀ, ਉਹਦੀ ਫੋਟੋ ਸਦਾ ਜੇਬ 'ਚ ਰੱਖਦਾ ਸੀ। ਠੀਕ ਹੈ। ਤੋ ਇਸ ਕਰਕੇ ਕਿਉਂਕਿ ਸਾਰਾ ਪਰਿਵਾਰ ਜਿਹੜਾ ਸੀਗਾ ਇੱਧਰਲੇ ਪਾਸੇ ਲੱਗਾ ਸੀਗਾ ਤੇ ਪਰਿਵਾਰ ਦੇ ਮਾਹੌਲ ਦਾ ਜਿਹੜਾ ਹੈਗਾ ਉਹਦਾ ਅਸਰ ਨੈਚੁਰਲੀ ਯਾਨੀ ਕਿ ਪੈਂਦਾ। ਤੇ ਇਹਨੇ ਦੇਖਿਆ ਲੈ ਮੇਰਾ ਚਾਚਾ ਯਾਨੀ ਕਿ ਕੀ ਕਰ ਰਿਹਾ ਹੈਗਾ, ਮੇਰਾ ਬਾਬਾ ਕੀ ਕਰ ਰਿਹਾ ਸੀ, ਮੇਰਾ ਡੈਡੀ ਯਾਨੀ ਕਿ ਕੀ ਕਰਦਾ ਹੈਗਾ। ਬੱਚੇ 'ਤੇ ਬਹੁਤ ਵੱਡਾ ਯਾਨੀ ਕਿ ਪ੍ਰਭਾਵ ਪੈਂਦਾ। ਆਪ ਵੀ ਬੜਾ ਛੋਟਾ ਹੁੰਦਾ, ਬੜਾ ਸੈਂਸਿਟਿਵ ਸੀ। ਇੱਕ ਹੋਰ ਹੈਰਾਨਗੀ ਵਾਲੀ ਗੱਲ ਹੈ, ਬੜਾ ਯਾਨੀ ਕਿ ਨਰਮ ਸੁਭਾਅ ਦਾ ਤੇ ਬਹੁਤ ਯਾਨੀ ਕਿ ਹੌਲੀ ਯਾਨੀ ਕਿ ਬੋਲਣ ਵਾਲਾ ਬੰਦਾ ਸੀਗਾ। ਬੜਾ ਸੰਗਾਊ ਕਿਸਮ ਦਾ ਜਿਹੜਾ ਸੀਗਾ ਭਗਤ ਸਿੰਘ ਸੀਗਾ। ਜੋ ਯਾਨੀ ਕਿ ਇਹਦੀਆਂ ਮੈਂ ਲਿਖਤਾਂ ਯਾਨੀ ਕਿ ਸਾਰੀਆਂ ਪੜ੍ਹੀਆਂ, ਨੈੱਠ ਕੇ ਸਾਰੀਆਂ ਪੜ੍ਹੀਆਂ। ਅੱਜ ਤੱਕ ਮੇਰਾ ਖਿਆਲ ਕੋਈ ਲਿਖਤ ਨਹੀਂ ਯਾਨੀ ਕਿ ਜਿਹੜੀ ਮੇਰੀ ਨਿਗਾਹ ਤੋਂ ਬਾਹਰ ਯਾਨੀ ਕਿ ਚੱਲ ਜਾਵੇ। ਤੇ ਬਹੁਤ ਸਾਰੇ ਤੱਥ ਯਾਨੀ ਕਿ ਜਿਹੜੇ ਸਾਹਮਣੇ ਆਏ ਹੈ। ਫਿਰ ਆਪਣੇ ਦੋਸਤਾਂ ਮਿੱਤਰਾਂ ਨਾਲ ਜਦੋਂ ਸੀਗਾ ਉਹਨਾਂ ਨਾਲ ਸ਼ੁਗਰ ਮੇਲਾ ਵੀ ਕਈ ਵਾਰੀ ਕਰਨਾ, ਕਈ ਵਾਰੀ ਯਾਨੀ ਕਿ ਛੱਪੜ ਵਿੱਚ ਜਾ ਕੇ ਨਹਾਉਣ ਲੱਗ ਪੈਣਾ। ਯਾਨੀ ਕਿ ਇੱਦਾਂ ਦੀਆਂ ਵੀ ਸੀਗਾ ਜਿਸ ਤਰ੍ਹਾਂ ਆਪਾਂ ਯੰਗ ਪੀਪਲ ਕਰਦੇ ਹੈਗੇ ਆ। ਪਰ ਇਹ ਸੀਗਾ ਲੈ ਵੀ ਯਾਨੀ ਕਿ ਜਿਹੜੀ ਕਮਿਟਮੈਂਟ ਸੀਗੀ ਹੈ ਨਾ, ਜਦੋਂ ਯਾਨੀ ਕਿ ਇਹ ਵੀ ਫੈਸਲਾ ਹੋਇਆ ਵੀ ਜਦੋਂ ਬੰਬ ਸਿੱਟਣਾ ਸੀਗਾ ਲੈ ਵੀ ਇਹਨਾਂ ਨੂੰ ਉੱਦਾਂ ਆਸਾਨੀ ਨਹੀਂ ਲੱਗਣੀ ਹੈਗੀ। ਤੇ ਇਹ ਲੜ ਕੇ ਕਹਿੰਦਾ ਸੀ ਨਹੀਂ ਮੈਂ ਜਾਣਾ ਹੈ। ਜਦੋਂ ਕਿ ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ। हेलो हाँ जी, की कहना चाहते हो? कौन तो कितों बोलते थे? हाँ जी, कौन और कहाँ से क्या कहना चाहते हैं आप? स्वागत है आपका। हेलो हेलो भाई जी। हाँ जी मैं श्रीकांत बोल रहा हूँ। हाँ जी श्रीकांत जी की हाँ जी हाँ जी बोलिए। कह रहे हो? श्रीकांत जी आप टेलीविज़न की जो आवाज़ है ना उसको बंद कर दो। ओके 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 ठीक है। हाँ, और हमारे से बात करो। ओके 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 ओके। हाँ हाँ can जी। you hear me now? हाँ जी हाँ जी, जस्ट गो हेड। हाँ मैं डॉक्टर श्रीकांत बोरकर बोल रहा हूँ साउथ कोल लंदन से। हाँ जी। जो हाथरस का जो ये जो बहुत ही दर्दनाक हादसा हुआ है 14 सितंबर को, उसके बाद में जो घटनाएं जैसी हो रही है, तो उसी के विरोधता करने के लिए हम सारे यूके के जो समतावादी विचारधारा के जो संगठन है, और वो सारे के सारे संगठन और खासतौर पर नेशनल वाल्मीकि सभा NRI यूके और भगवान वाल्मीकि ट्रस्ट, अम्बेडकर यूनाइटेड फ्रंट इंटरनेशनल और तमाम अम्बेडकरवादी और समतावादी विचारों की संगठनाएं कल 2 से 5 बजे के दरमियान हम इंडिया हाउस सामने प्रोटेस्ट करने जा रहे हैं। तो मैं दर्शकों को दरख्वास्त करना चाहूंगा कि वो भी ज्वाइन करें और साथ में अपने जो समविचारी लोग हैं, हमारे जो बाकी के जो एक्टिविस्ट भाई है जो ज्वाइन करना चाहते हैं उसको बताएं। और लेट अस स्प्रेड दिस वर्ड एंड लेट अस इंडियन गवर्नमेंट should know that what we feel and how angry we are about what has happened there at Hathras in UP. Thank you very much. Thank you. आपको भी रिक्वेस्ट है कि आप दर्शकों को बताएं। थैंक यू थैंक यू वैरी मच। ਇਹ ਸੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਜਿਹੜਾ ਕੱਲ੍ਹ ਨੂੰ ਪ੍ਰੋਟੈਸਟ ਹੋ ਰਿਹਾ। हाँ जी ਮੈਂ ਪਹਿਲਾਂ ਸ਼ੁਰੂ ਵਿੱਚ ਕੀਤਾ ਸੀਗਾ ਵੀ ਜਿਹੜੇ ਕਾਸਟਵਾ UK ਵਾਲੇ ਜਾਂ ਉਹਨਾਂ ਦੀ ਬਾਕੀ ਸੰਸਥਾਵਾਂ ਦੇ ਨਾਲ ਸਹਿਯੋਗ ਨਾਲ ਉਹ ਪ੍ਰੋਟੈਸਟ ਕਰ ਰਿਹਾ ਕੱਲ੍ਹ ਨੂੰ ਇੰਡੀਅਨ ਹਾਈ ਕਮਿਸ਼ਨਰ ਦੇ ਇੰਡੀਆ ਹਾਊਸ ਦੇ ਮੂਹਰੇ 2 ਤੋਂ ਲੈ ਕੇ 5 ਵਜੇ ਤੱਕ ਜ਼ਰੂਰ ਜਾਣਾ ਚਾਹੀਦਾ। ਹਾਂਜੀ ਕਰ ਗੱਲ ਸੀ ਯਾਨੀ ਕਿ ਇਹੋ ਕਰ ਰਹੇ ਨੇ ਜਦੋਂ ਬਚਪਨ ਯਾਨੀ ਕਿ ਇਹਨਾਂ ਦਾ ਦੇਖਦੇ ਕਿਉਂਕਿ ਤੁਸੀਂ ਬਚਪਨ ਦੀ ਸੀ ਗੱਲ ਕਰਦੇ ਹੈਗੇ ਆ ਤੇ ਆਮ ਯਾਨੀ ਕਿ ਮਿਡਿਓਕਰ ਪਰਿਵਾਰ ਦੇ ਵਿੱਚੋਂ ਸੀ, ਪਰ ਘਰ ਦਾ ਮਾਹੌਲ ਇਹੋ ਜਿਹਾ ਸੀਗਾ ਜਿਹਦੀ ਕਿ ਨੈਚੁਰਲੀ ਬੱਚੇ 'ਤੇ ਅਸਰ ਪੈਂਦਾ ਰਿਹਾ। ਘਰ ਵਿੱਚ ਤੁਹਾਡੇ ਕੌਣ ਆਉਂਦਾ ਹੈਗਾ, ਘਰ ਵਿੱਚ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੈਗੇ ਆ। ਤੇ ਚਾਹੇ ਇਹਨਾਂ ਦੇ ਫਾਦਰ ਸਾਹਿਬ ਯਾਨੀ ਕਿ ਆਰੀਆ ਸਮਾਜੀ ਸੀ ਲੈ ਵੀ ਉਹ ਵੀ ਕਿਸੇ ਹੋਰ ਮੂਰਤੀ ਪੂਜਾ ਦੇ ਯਾਨੀ ਕਿ ਖਿਲਾਫ ਸੀਗੇ, ਪਰ ਇਹ ਯਾਨੀ ਕਿ ਹੀ ਵੈਂਟ ਬਿਯੋਂਡ ਦੈਟ। ਅੱਛਾ, ਇਹਦੇ ਨਾਲ ਉਸ ਜਿਹੜਾ ਸਵਾਲ ਹੈ ਕਿ ਇਹ ਤਰਕਵਾਦੀ ਹਾਂਜੀ ਇਨਕਲਾਬੀ ਹੋਣ ਤੋਂ ਬਾਅਦ ਵਿੱਚ ਬਣੇ ਜਾਂ ਪਹਿਲਾਂ ਸੀ? ਦੇਖੋ ਯਾਨੀ ਕਿ ਜਿਹੜੀ ਤੁਹਾਡੀ ਡਿਵੈਲਪਮੈਂਟ ਹੁੰਦੀ ਹੈਗੀ ਆ, ਇਹ ਜਿਉਂ-ਜਿਉਂ ਯਾਨੀ ਕਿ ਇਹ ਪੜ੍ਹਦੇ ਗਏ, ਜਿੰਨਾ ਯਾਨੀ ਕਿ ਇਹਨਾਂ ਨੇ ਹੋਰ ਮਤਾਲਿਆ ਕੀਤਾ, ਆਪਣੇ ਦੋਸਤਾਂ ਮਿੱਤਰਾਂ ਨਾਲ ਯਾਨੀ ਕਿ ਜਿਨ ਗੱਲਾਂ ਬਾਤਾਂ ਕੀਤੀਆਂ, ਇਹਨਾਂ ਦਾ ਜਿਹੜਾ ਨਿਖਾਰ ਹੈਗਾ ਉਹ ਆਉਂਦਾ ਰਿਹਾ। ਜਦੋਂ 13 ਸਾਲ ਦੀ ਉਮਰ 'ਚ ਫੈਸਲਾ ਕਰ ਲਿਆ ਵੀ ਮੈਂ ਹਾਂ, ਉਹ ਕਿਉਂਕਿ ਘਰ ਵਿੱਚ ਮਾਹੌਲ ਹੋ ਜਿਹਾ ਸੀਗਾ, ਘਰ ਵਿੱਚ ਮਾਹੌਲ ਯਾਨੀ ਕਿ ਹੋ ਜਿਹਾ ਸੀਗਾ ਕਿ ਇਹਨਾਂ ਨੂੰ ਲੱਗਾ ਉਹ ਜਿਹੜਾ ਫੈਸਲਾ ਆਪਣੇ ਆਪ ਵਿੱਚ ਤਰਕਵਾਦੀ ਸੀ। ਐਬਸੋਲੂਟਲੀ ਤਰਕ, ਕਿਉਂਕਿ ਜਿਹੜੀ ਯਾਨੀ ਕਿ ਜਿਸ ਤਰ੍ਹਾਂ ਤੁਸੀਂ ਹੁਣ ਸਨਾਤਨ ਧਰਮ ਹੈਗਾ, ਸਨਾਤਨ ਧਰਮ ਤੋਂ ਯਾਨੀ ਕਿ ਅੱਗੇ ਥੋੜ੍ਹੀ ਐਡਵਾਂਸ ਯਾਨੀ ਜਿਹੜੇ ਹੈਗੇ ਆਰੀਆ ਸਮਾਜੀ ਹੈਗੇ ਆ, ਆਰੀਆ ਸਮਾਜ ਤੋਂ ਬਾਅਦ ਯਾਨੀ ਕਿ ਫਿਰ ਜਿਹੜਾ ਹੈਗਾ ਬੰਦੇ ਰੈਸ਼ਨਲਿਸਟ ਯਾਨੀ ਕਿ ਬਣਦੇ ਹੈਗੇ ਆ। ਅੱਛਾ, ਆਪਾਂ ਟਾਈਮ ਆਪਾਂ ਕਾਲੀ ਆਪਾਂ ਕਰਨੀ ਆ। ਛੋਟਾ ਸੁਖਦੇਵ ਤੇ ਰਾਜਗੁਰੂ ਨਾਲ ਸੁਖਦੇਵ ਦਾ ਕਲਾਸ ਫੈਲੋ ਸੀ, ਯਾਨੀ ਕਿ ਸੁਖਦੇਵ ਤੇ ਇਹ ਜਿਹੜਾ ਸੀਗਾ ਭਗਤ ਸਿੰਘ ਇਕੱਠੇ ਪੜ੍ਹਦੇ ਰਹੇ ਕਾਲਜ ਦੇ ਵਿੱਚ। ਠੀਕ ਹੈ। ਉੱਥੇ ਯਾਨੀ ਕਿ ਇਹਨਾਂ ਦਾ ਅਖੀਰਲੇ ਦਮ ਤੱਕ ਜਿਹੜੀ ਸੀ ਬਹੁਤ ਸਾਰੀ ਡਿਸਕਸ਼ਨ ਸੀਗੀ ਹੁੰਦੀ। ਸੁਖਦੇਵ ਜਿਹੜਾ ਸੀਗਾ ਹੀ ਵਾਜ਼ ਅ ਵੈਰੀ ਗੁੱਡ ਪਲੈਨਰ।
ਜਾਣੀ ਕਿ ਪਲੈਨਿੰਗ ਕਰਨ ਵਿੱਚ ਸੁਖਦੇਵ ਨਾਲੋਂ ਜਾਣੀ ਕਿ ਵੱਡਾ ਕੋਈ ਨਹੀਂ ਸੀ ਇਹਨਾਂ ਦੀ ਸੰਸਥਾ ਵਿੱਚ। ਠੀਕ ਹੈ। ਕਿਉਂਕਿ ਭਗਤ ਸਿੰਘ ਜਿਹੜਾ ਸੀਗਾ ਹੀ ਵਾਸ ਵੈਰੀ ਐਂਥੂਸੀਆਸਟਿਕ, ਸਦਾ ਜਾਣੀ ਕਿ ਹਰ ਕੰਮ ਵਿੱਚ ਮੂਹਰੇ ਹੋਣਾ। ਜਦੋਂ ਸਾਂਡਰਸ ਜਿਹੜਾ ਸੀਗਾ ਆਪਣਾ ਜਿਹੜਾ ਸੀਗਾ ਆਫਿਸਰ, ਪੁਲਿਸ ਆਫਿਸਰ ਗੋਰਾ ਸੀਗਾ, ਜਦੋਂ ਉਹਦਾ ਕਤਲ ਵੀ ਹੋਇਆ ਹੈਗਾ, ਕਤਲ ਕੀਤਾ ਇਹਨਾਂ ਨੇ ਉਸ ਟਾਈਮ। ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ। ਹਾਂਜੀ, ਹੈਲੋ ਜੀ, ਕੌਣ ਕਿੱਥੋਂ ਬੋਲਦੇ? ਹੈਲੋ ਹੈਲੋ ਜੀ, ਕੌਣ ਹੋ? ਕਹਾਂ ਸੇ ਬੋਲ ਰਹੇ ਹੋ? ਤੁਸੀਂ ਟੈਲੀਵਿਜ਼ਨ ਨੂੰ ਬੰਦ ਕਰ ਲਓ ਪਹਿਲਾਂ। ਸੋਹਣ ਸਿੰਘ ਚੀਮਾ ਬੋਲਦਾ ਜੀ ਕਮੈਂਟਰੀ ਤੋਂ। ਹਾਂਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ? ਹੋਲਡ ਕਰਾਂ? ਨਹੀਂ, ਗੱਲ ਕਰੋ ਜੀ। ਤੁਸੀਂ ਟੈਲੀਵਿਜ਼ਨ ਨੂੰ ਬੰਦ ਕਰ ਲਓ। ਹਾਂਜੀ, ਗੱਲ ਕਰੋ। ਮੈਂ ਸੋਹਣ ਸਿੰਘ ਡਾਕਟਰ ਸਾਹਿਬ। ਹਾਂਜੀ, ਕਰੋ ਗੱਲ। ਹੁਣ ਬੰਦ ਹੈ ਜੀ। ਤੁਸੀਂ ਗੱਲ ਕਰੋ, ਅਸੀਂ ਸੁਣਦੇ ਹਾਂ। ਡਾਕਟਰ ਸਾਹਿਬ। ਹਾਂਜੀ, ਕਰੋ ਗੱਲ। ਮੈਂ ਚੀਮਾ ਬੋਲਦਾ ਕਮੈਂਟਰੀ ਤੋਂ ਜੀ। ਤੇ ਅੱਛਾ, ਗੱਲ ਸੁਣਦੀ ਆ? ਤੁਸੀਂ ਟੈਲੀਵਿਜ਼ਨ ਨੂੰ ਬੰਦ ਕਰ ਲਓ, ਫਿਰ ਤੁਹਾਡੀ ਸਾਨੂੰ ਗੱਲ ਸੁਣਨੀ ਹੋਊਗੀ, ਨਹੀਂ ਤਾਂ ਤੁਸੀਂ। ਹਾਂਜੀ ਡਾਕਟਰ ਸਾਹਿਬ, ਤੁਹਾਨੂੰ ਬਹੁਤ ਵਧਾਈਆਂ, ਵਿਸ਼ਾ ਬਹੁਤ ਅੱਛਾ ਆ। ਥੈਂਕ ਯੂ। ਹਾਂਜੀ, ਗੱਲ ਸੁਣ। ਟੈਲੀਵਿਜ਼ਨ ਪਿੱਛੇ ਚੱਲ ਰਿਹਾ। ਤੁਸੀਂ ਟੈਲੀਵਿਜ਼ਨ ਨੂੰ ਬੰਦ ਕਰ ਲਓ, ਫਿਰ ਸਾਡੇ ਨਾਲ ਤੁਸੀਂ ਗੱਲ ਕਰੋ। ਹੁਣ ਬੰਦ ਆ ਜੀ? ਹਾਂ, ਹੁਣ ਕਰੋ ਗੱਲ। ਅੱਛਾ ਡਾਕਟਰ ਸਾਹਿਬ। ਹਾਂਜੀ, ਕਰੋ ਗੱਲ। ਮੈਂ ਚੀਮਾ ਬੋਲਦਾ ਹਾਂ। ਬਹੁਤ ਅੱਛਾ ਸ਼ਹੀਦ ਭਗਤ ਸਿੰਘ ਤੇ ਮੈਂ 2-4 ਲਫ਼ਜ਼ ਸਿਰਫ ਇਹ ਕਹਿਣਾ ਚਾਹੁੰਦਾ ਕਿ ਅੱਜ ਕੱਲ੍ਹ ਦੇ ਸਮਾਜ ਨੇ ਸ਼ਹੀਦ ਭਗਤ ਸਿੰਘ ਦਾ ਫਲਸਫਾ ਜਾਂ ਉਸਨੇ ਦੀਆਂ ਲਿਖਤਾਂ ਜਾਂ ਉਹਨਾਂ ਨੇ ਗਦਰ ਪਾਰਟੀ ਤੋਂ ਲਾ ਕੇ ਜਾਂ 57 ਦੇ ਗਦਰ ਤੋਂ ਲਾ ਕੇ ਅੱਜ ਤਾਈਂ ਕੋਈ ਵੀ ਗਵਰਨਮੈਂਟ ਜਿਹੜੀ ਆਈ ਆ ਉਸਨੇ ਲੋਕਾਂ ਤੋਂ ਛੁਪਾ ਕੇ ਰੱਖਿਆ। ਬਿਲਕੁਲ। ਜਿਸ ਦੀ ਮਿਸਾਲ ਡਾਕਟਰ ਸਾਹਿਬ ਮੈਂ ਦੇਣੀ ਚਾਹੁੰਦਾ ਕਿ 1973 ਨੂੰ ਮੈਂ ਇੰਗਲੈਂਡ ਦੀ ਕਬੱਡੀ ਟੀਮ ਲੈ ਕੇ ਪੰਜਾਬ ਗਿਆ। ਹਾਂਜੀ। ਤੇ ਉੱਥੋਂ ਚੰਡੀਗੜ੍ਹ ਤੋਂ ਚੱਲਦੇ ਹੋਏ ਅਸੀਂ ਨਵਾਂ ਸ਼ਹਿਰ ਜਿਹੜਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਨਵਾਂ ਸ਼ਹਿਰ ਦਾ ਨਾਂ ਰੱਖਿਆ, ਉੱਥੋਂ ਖਟਖਟ ਕਲਾਂ ਵਿੱਚ ਲੱਗੇ ਇੱਕ ਮਿਊਜ਼ੀਅਮ ਦੇ ਵਿੱਚ ਅਸੀਂ ਸ਼ਿਰਕਤ ਕੀਤੀ। ਤੇ ਨੌਜਵਾਨਾਂ ਦੇ ਨਾਲ ਮੈਂ ਉੱਥੇ ਬੈਠੀ ਇੱਕ ਗਾਈਡ ਲੜਕੀ ਜੋ ਕਿ 25-26 ਸਾਲ ਦੀ ਸੀ ਤੇ ਉੱਥੇ ਕੁਝ ਤਸਵੀਰਾਂ ਲੱਗੀਆਂ ਹੋਈਆਂ ਸਨ ਤੇ ਮੈਂ ਉਹ ਲੜਕੀ ਨੂੰ ਦੇਖ ਕੇ ਸਭ ਕੁਝ ਪੁੱਛਿਆ ਕਿ ਮੈਡਮ ਤੁਸੀਂ ਹੋਰ ਕਿਤਾਬਾਂ ਇੱਥੇ ਰੱਖੀਆਂ ਹੋਈਆਂ ਹਨ ਕਈ ਲਿਖਾਰੀਆਂ ਦੀਆਂ, ਲੇਕਿਨ ਜੋ ਸ਼ਹੀਦ ਭਗਤ ਸਿੰਘ ਨੇ ਲਿਖਿਆ ਹੈ ਤੁਸੀਂ ਉਹ ਕਿਤਾਬ 'ਚ ਜਾਂ ਜਿਹੜੀਆਂ 4 ਸਫ਼ੇ ਦਾ ਜਾਂ 10 ਸਫ਼ੇ ਦਾ ਲੇਖ ਨਹੀਂ ਰੱਖੇ। ਉਹ ਮੈਨੂੰ ਕਹਿੰਦੀ ਅੰਕਲ ਕਿ ਮੈਨੂੰ ਤਾਂ ਪਤਾ ਹੀ ਤੇ ਤੋਂ ਅੱਜ ਲੱਗਾ ਕਿ ਸ਼ਹੀਦ ਭਗਤ ਸਿੰਘ ਨੇ ਕੁਝ ਲਿਖਿਆ ਵੀ ਹੈ। ਸੋ ਮੈਂ ਉਸ ਨੂੰ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੇ ਕਿਤਾਬ 'ਚ ਲਿਖੇ ਕੁਝ ਲੈਟਰ ਲਿਖੇ, ਉਹਦੇ ਵਿੱਚ ਮੈਂ ਮਾਫ ਕਰਨਾ ਤੇ ਸ਼ਹੀਦ ਭਗਤ ਸਿੰਘ ਨੇ ਲਿਖਿਆ ਕਿ ਮੈਂ ਨਾਸਤਕ ਕਿਉਂ ਹਾਂ। ਬਿਲਕੁਲ। ਸ਼ਹੀਦ ਭਗਤ ਸਿੰਘ ਨੇ ਲਿਖਿਆ ਨੌਜਵਾਨ ਕਾਰਕੁਨਾਂ ਨੂੰ। ਸ਼ਹੀਦ ਭਗਤ ਸਿੰਘ ਨੇ ਲਿਖਿਆ ਕਿ ਇਹ ਬੰਬ ਅਸੀਂ ਸੁੱਟਿਆ ਸੀ। ਸ਼ਹੀਦ ਭਗਤ ਸਿੰਘ ਨੇ ਆਖਰੀ ਫਾਂਸੀ ਲੱਗਣ ਤੋਂ ਇੱਕ ਦਿਨ ਪਹਿਲਾਂ ਦੁਰਗਾ ਭਾਬੀ ਨੂੰ ਕੋਈ 6 ਸਫ਼ੇ ਦਾ ਲੈਟਰ ਲਿਖਿਆ ਸੀ, ਸਭ ਕੁਝ ਹੈ ਇਹਦੇ ਵਿੱਚ, ਜਿਹੜਾ ਕਿ ਮੇਰੇ ਪਾਸ ਉਹਦੀ ਕਾਪੀ ਪਈ ਆ। ਉਹ ਲੈਟਰ ਦੇ ਵਿੱਚ ਉਸਨੇ ਲਿਖਿਆ ਸੀ ਕਿ ਭਾਬੀ ਜੀ ਮੈਂ ਇਨਕਲਾਬ ਦਾ ਹਾਮੀ ਹਾਂ ਅਤੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੰਦਾ ਹਾਂ ਕਿ ਮੇਰਾ ਸੁਨੇਹਾ ਸਦਾ ਹੀ ਦਿੰਦੇ ਰਹੋ। ਦੁਰਗਾ ਭਾਬੀ ਉਹ ਸੀ, ਜ਼ਿਆਦਾ ਟਾਈਮ ਨਹੀਂ ਲੈਣਾ, ਦੁਰਗਾ ਭਾਬੀ ਉਹ ਸੀ ਜਿਸ ਨੇ ਲਾਹੌਰ ਵਿੱਚੋਂ ਸ਼ਹੀਦ ਭਗਤ ਸਿੰਘ ਨੂੰ ਆਪਣੀ ਪਤਨੀ ਬਣ ਕੇ ਕੱਢਿਆ ਸੀ। ਬਿਲਕੁਲ ਸੀ ਇੱਕ 5-3 ਸਾਲ ਦਾ। ਜਦੋਂ ਸ਼ਹੀਦ ਊਧਮ ਸਿੰਘ ਉਹਨੂੰ ਚੱਕ ਕੇ ਭਾਬੀ ਟਿਕਟ ਲੈਣ ਗਈ ਰੇਲਵੇ ਦਾ ਤਾਂ ਉਹ ਕਹਿੰਦਾ ਲੰਬਾ ਚਾਚਾ, ਉਹਨੂੰ ਜਿਹੜੇ ਇਨਕਲਾਬੀ ਸੀ ਲੰਬਾ ਚਾਚਾ ਸਾਡੇ ਸੀ। ਭਾਬੀ ਜਿਹੜੀ ਦੁਰਗਾ ਭਾਬੀ ਸੀ ਉਹ ਬੋਹਰਾ ਦੀ ਪਤਨੀ ਸੀ। ਬੋਹਰਾ ਉਹ ਸੀ ਜਿਹੜਾ ਸ਼ਹੀਦ ਭਗਤ ਸਿੰਘ ਦਾ ਸਾਥੀ ਉੱਥੇ ਯੂਪੀ ਦੇ ਜੰਗਲਾਂ ਦੇ ਵਿੱਚ ਬੰਬ ਬਣਾਉਂਦਾ, ਬੰਬ ਫਟਣ ਨਾਲ ਮਰ ਗਿਆ ਸੀ। ਭਗਤੀ ਚਰਨ ਸਿੰਘ ਬੋਹਰਾ ਲੈਂਦਾ ਹੋਇਆ ਮੈਂ ਇੰਨਾ ਹੀ ਕਹਿੰਦਾ ਹਾਂ ਕਿ ਮੇਰੇ ਫਾਦਰ ਬਾਬੂ ਸਿੰਘ ਕਰਮ ਸਿੰਘ ਚੀਮਾ ਲਾਹੌਰ ਜਿਸ ਵੇਲੇ 1932 ਨੂੰ
ਮਾਫ ਕਰਨਾ ਮੈਂ ਜ਼ਿਆਦਾ ਨਹੀਂ ਬੋਲਣਾ। 1932 ਨੂੰ ਇੱਕ 31 ਨੂੰ ਫਾਂਸੀ ਆਈ ਤੇ 32 ਨੂੰ ਇੱਕ ਤਾਇਰ ਮੁਹੰਮਦ ਸੀ। ਤਾਇਰ ਹੁੰਦਾ ਹਵਾਈ ਜਹਾਜ਼ ਨੂੰ ਕਹਿੰਦੇ ਜਾਂ ਪਰਿੰਦਾ। ਤਾਇਰ ਉਹਦਾ ਤਖੱਲਸ ਸੀ। ਮੁਹੰਮਦ ਤਾਇਰ ਨੇ ਇੱਕ ਘੋੜੀ ਲਿਖੀ ਸੀ ਜੋ ਕਿ ਹਜੇ ਤਾਈਂ ਮੇਰੇ ਪਾਸ ਪਈ ਹੈ। ਪਿਤਾ ਜੀ ਨੇ ਲਾਹੌਰ ਉਹ ਕੰਮ ਕਰਦੇ ਸਨ ਅਤੇ ਉਸ ਮੁਜ਼ਾਹਰੇ ਵਿੱਚ ਬਾਬੂ ਕਰਮ ਸਿੰਘ ਨੇ, ਮੇਰੇ ਪਿਤਾ ਨੇ ਮੁਜ਼ਾਹਰੇ ਵਿੱਚ ਲਿਆ ਸੀ ਭਾਗ ਤੇ ਉਦੋਂ ਬਾਅਦ ਉਹਦੀ ਫੋਟੋ ਉਰਦੂ ਦੇ ਪੇਪਰ 'ਚ ਆ ਗਈ। ਉਹ ਗੌਰਮੈਂਟ ਦਾ ਇੰਪਲਾਈ ਸੀ ਤੇ ਉਦੋਂ ਬਾਅਦ ਉਹਨੂੰ 3 ਮਹੀਨੇ ਦੀ ਸਜ਼ਾ ਹੋ ਕੇ ਫਿਰ ਮਤਲਬ ਕਹਿਣ ਦਾ ਆਖਰੀ ਲਫ਼ਜ਼ ਕਹਿਣ ਲੱਗਾ ਕਿ ਉਹਦਾ ਮਤਲਬ ਇਹ ਸੀ ਕਿ ਮੇਰੇ ਪਿਤਾ ਬਾਬੂ ਕਰਮ ਸਿੰਘ ਉਹ ਸਨ ਜਨ 1937 ਦੇ 38 ਦੇ ਵਿੱਚ 3 ਹੈਨਰੀ ਸੀਰੀਜ਼ ਕਮੇਟੀ ਵਿਖੇ ਆਪਣੇ ਸਾਥੀਆਂ ਨਾਲ IWA ਬਿਲਕੁਲ ਰੱਖੀ। ਬਿਲਕੁਲ ਬਿਲਕੁਲ। ਐਨੀਵੇ ਆਖਰੀ ਲਫ਼ਜ਼ ਕਿ ਆਵੋ ਨੀ ਭੈਣੋ ਰਲ ਮਿਲ ਗਾਵੀਏ ਘੋੜੀਆਂ ਜੰਜ ਤੇ ਹੋਈਏ ਵੇ ਤਿਆਰ ਵੇ। ਹਾਂ ਲਾਸਟ ਲਫ਼ਜ਼ 40 ਕਰੋੜ ਬਣੀ ਜੰਜ ਵੇ ਲਾੜਿਆ। ਉਸ ਵੇਲੇ 40 ਕਰੋੜ ਆਬਾਦੀ ਸੀ ਹਿੰਦੁਸਤਾਨ ਦੀ। 40 ਕਰੋੜ ਬਣੀ ਜੰਜ ਵੇ ਲਾੜਿਆ ਤਾਇਰ ਵੀ ਹੋਇਆ ਏ ਤਿਆਰ ਵੇ। ਹਾਂ ਇਹਨਾਂ ਲਫ਼ਜ਼ਾਂ ਨਾਲ ਕੰਛੀ TV ਦੇ ਸਾਰੇ ਸਰੋਤਿਆਂ ਨੂੰ ਤੁਹਾਡਾ ਬੜਾ ਮਿਹਰਬਾਨੀ ਜਿਹੜਾ ਤੁਸੀਂ ਮੈਨੂੰ ਟਾਈਮ ਦਿੱਤਾ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ। ਸਪੈਸ਼ਲੀ ਅੱਜ ਦੇ ਟਾਈਮ ਵਕਤ ਤੇ ਗੀਤ ਲਿਖਿਆ ਆਮ ਤੌਰ ਤੇ ਘੋੜੀ ਬਹੁਤ ਜਾਂ ਵਾਰ ਗਾਈ ਜਾਂਦੀ ਆ, ਮੈਨੂੰ ਗੀਤ ਦਾ ਰੂਪ ਦਿੱਤਾ ਇੱਕ ਤਰ੍ਹਾਂ। ਚੜ੍ਹਦੀ ਉਮਰੇ ਭਗਤ ਸਿੰਘ ਉਹ ਕੰਮ ਕਰ ਗਿਆ। ਚੜ੍ਹਦੀ ਉਮਰੇ ਭਗਤ ਸਿੰਘ ਉਹ ਕੰਮ ਕਰ ਗਿਆ, ਸਾਨੂੰ ਆਜ਼ਾਦੀ ਦੇਣ ਲਈ ਖੁਦ ਫਾਂਸੀ ਚੜ੍ਹ ਗਿਆ। ਚੜ੍ਹਦੀ ਉਮਰੇ ਭਗਤ ਸਿੰਘ ਉਹ ਕੰਮ ਕਰ ਗਿਆ, ਸਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਚੜ੍ਹ ਗਿਆ। 24 ਸਾਲ ਦੀ ਉਮਰ ਸ਼ਹਾਦਤੀ ਉਮਰ ਨਹੀਂ ਹੁੰਦੀ। 24 ਸਾਲ ਦੀ ਉਮਰ ਸ਼ਹਾਦਤੀ ਉਮਰ ਨਹੀਂ ਹੁੰਦੀ। ਦੇਸ਼ ਆਜ਼ਾਦੀ ਵਾਸਤੇ ਐਸੀ ਗੁੰਦਣਾ ਉਸ ਗੁੰਦੀ, ਗੁਲਾਮ ਰਹਿ ਨਹੀਂ ਜੀਣਾ ਇਹ ਪੈਗਾਮ ਕਰ ਗਿਆ, ਸਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਚੜ੍ਹ ਗਿਆ। ਜਾਮ ਸ਼ਹਾਦਤ ਪੀਤਾ ਭਗਤ ਸਿੰਘ ਦੇਸ਼ ਦੀ ਖਾਤਰ। ਜਾਮ ਸ਼ਹਾਦਤ ਪੀਤਾ ਭਗਤ ਸਿੰਘ ਦੇਸ਼ ਦੀ ਖਾਤਰ। ਇਨਕਲਾਬ ਦੀ ਲਹਿਰ ਚਲਾਈ ਭਗਤ ਸਿੰਘ ਦੇਸ਼ ਦੀ ਖਾਤਰ। ਵਾਹ ਸ਼ਹੀਦੇ ਭਗਤ ਸਿੰਘ ਤੂੰ ਕਮਾਲ ਕਰ ਗਿਆ, ਸਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਚੜ੍ਹ ਗਿਆ। ਇੱਕੋ ਫਲਸਫਾ ਭਗਤ ਸਿੰਘ ਸਦਾ ਸੋਚ ਵਿੱਚ ਰੱਖਿਆ। ਇੱਕੋ ਹੀ ਫਲਸਫਾ ਭਗਤ ਸਿੰਘ ਸਦਾ ਸੋਚ ਵਿੱਚ ਰੱਖਿਆ। ਲਾਉਣ ਲਈ ਗਲੋਂ ਗੁਲਾਮੀ ਸਦਾ ਖੂਨ ਰਹੇ ਭਖਿਆ। ਵਤਨ ਜ਼ਿੰਦਾਬਾਦ ਦਾ ਨਾਰਾ ਸ਼ਰੇਆਮ ਕਰ ਗਿਆ, ਸਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਚੜ੍ਹ ਗਿਆ। ਜਾਨ ਤਲੀ ਤੇ ਧਰ ਲੈਣੀ ਕੰਮ ਸੌਖਾ ਨਹੀਂ ਹੁੰਦਾ। ਜਾਨ ਤਲੀ ਤੇ ਧਰ ਲੈਣੀ ਕੰਮ ਸੌਖਾ ਨਹੀਂ ਹੁੰਦਾ। ਰਾਜ ਕਰਤਾ ਵੰਗਾਰਨੇ ਕੰਮ ਸੌਖਾ ਨਹੀਂ ਹੁੰਦਾ। ਜਾਨ ਤਲੀ ਤੇ ਧਰ ਲੈਣੀ ਕੰਮ ਸੌਖਾ ਨਹੀਂ ਹੁੰਦਾ। ਰਾਜ ਕਰਤਾ ਵੰਗਾਰਨੇ ਕੰਮ ਸੌਖਾ ਨਹੀਂ ਹੁੰਦਾ। ਦੇਸ਼ ਪ੍ਰੇਮੀਆਂ ਵਿੱਚ ਆਜ਼ਾਦੀ ਦਾ ਆਗਾਜ਼ ਕਰ ਗਿਆ, ਸਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਚੜ੍ਹ ਗਿਆ। ਅੱਜ ਦਾ ਦਿਨ ਮੁਬਾਰਕ, ਅੱਜ ਉਸ ਦਾ ਜਨਮ ਦਿਨ ਹੈ। ਅੱਜ ਦਾ ਦਿਨ ਮੁਬਾਰਕ, ਅੱਜ ਉਸ ਦਾ ਜਨਮ ਦਿਨ ਹੈ। ਧਰਮ ਹੈ ਔਰ ਸਿੱਖੀ ਕੀ ਘਾਟਾ ਉਸ ਬਿਨ ਹੈ। ਅੱਜ ਦਾ ਦਿਨ ਮੁਬਾਰਕ, ਅੱਜ ਉਸ ਦਾ ਜਨਮ ਦਿਨ ਹੈ। ਧਰਮ ਹੈ ਔਰ ਸਿੱਖੀ ਕੀ ਘਾਟਾ ਉਸ ਬਿਨ ਹੈ। ਰਲ ਮਿਲ ਸਭ ਕੁਝ ਹੋ ਸਕਦਾ ਇਹ ਸਾਫ਼ ਕਰ ਗਿਆ, ਸਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਚੜ੍ਹ ਗਿਆ। ਚੜ੍ਹਦੀ ਉਮਰੇ ਭਗਤ ਸਿੰਘ ਉਹ ਕੰਮ ਕਰ ਗਿਆ, ਸਾਨੂੰ ਆਜ਼ਾਦੀ ਦਿਵਾਉਣ ਲਈ ਖੁਦ ਫਾਂਸੀ ਚੜ੍ਹ ਗਿਆ। ਅੱਛਾ, ਭਗਤ ਸਿੰਘ ਦੀ ਜਿਹੜੀ ਸ਼ਹਾਦਤ ਆ, ਉਹਨੂੰ ਜਿਹੜੀਆਂ ਭਾਰਤ ਦੀਆਂ ਸਰਕਾਰਾਂ, ਆਪਾਂ ਨੂੰ ਥੋੜ੍ਹਾ ਜਿਹਾ ਸੰਖੇਪ ਜਿਹਾ ਕਰਨਾ ਪਿਆ, ਜਿਹੜੀ ਸਰਕਾਰਾਂ ਆ ਉਹਨਾਂ ਵੱਲੋਂ ਮਹਾਨਤਾ ਨਹੀਂ ਦਿੱਤੀ ਗਈ ਜਿਹੜੀ ਮਹਾਨਤਾ ਦੇ ਉਹ ਲਾਇਕ ਸੀ। ਪਹਿਲਾਂ ਤਾਂ ਸ਼ਹੀਦ ਦਾ ਰੁਤਬਾ ਉਹਨੂੰ ਦੇਣ ਲਈ ਕਾਫੀ ਸਟਰਗਲ ਕਰਨੀ ਪਈ। ਹਾਂਜੀ, ਤੇ ਫਿਰ ਉਸ ਮੌਕੇ ਜਿਹੜੇ ਸੀਗੇ ਵਕੀਲ, ਉਹਨਾਂ ਨੇ ਉਹਦਾ ਕੇਸ ਨਹੀਂ ਲੜਿਆ। ਆਸਫ ਅਲੀ ਬਿਲਕੁਲ ਨੇ ਕੇਸ ਕੋਰਟ 'ਚ ਲੜਿਆ। ਇਹ ਸੰਗਤ ਤੋਂ ਕੀ ਕਹਿਣਾ ਚਾਹੁੰਦੇ ਸੀ? ਦੇਖੋ, ਯਾਨੀ ਕਿ ਇੱਕ ਤਾਂ ਇਹ ਹੈ ਵੀ ਕਾਂਗਰਸ ਦਾ ਬਹੁਤ ਵੱਡਾ ਜ਼ੋਰ ਸੀ। ਨਹਿਰੂ ਹੁਣਾਂ ਤੇ ਗਾਂਧੀ ਹੁਣਾਂ ਨੇ ਜੇ ਉਹਦੀ ਫਾਂਸੀ ਦੀ ਸਜ਼ਾ ਜਿਹੜੀ ਸੀਗੀ ਹਟਾਈ ਜਾ ਸਕਦੀ ਸੀਗੀ, ਮਾਫ਼ ਕਰਾਈ ਜਾ ਸਕਦੀ, ਇਹਨਾਂ ਨੇ ਦੋਨਾਂ ਨੇ ਕੁਛ ਨਹੀਂ ਕੀਤਾ। ਖਾਸ ਕਰਕੇ ਗਾਂਧੀ ਨੇ। ਨਹਿਰੂ ਦਾ ਵੀ ਉਨਾ ਹੀ ਤਕੜਾ ਰੋਲ ਸੀਗਾ। ਅਤੇ ਇਹ ਕਾਂਗਰਸ ਦੀ ਜਿਹੜੀ ਫਿਲੋਸਫੀ ਸੀ ਉਹ ਤਾਂ ਯਾਨੀ ਕਿ ਇਹਨਾਂ ਨੂੰ ਅੱਤਵਾਦੀ ਸਾਧਦੇ ਸੀ। ਨਾਟ ਓਨਲੀ ਦੈਟ, ਤੁਸੀਂ ਹੈਰਾਨ ਹੋਗੇ ਜਿਹੜਾ ਤੁਸੀਂ ਸਵਾਲ ਮੇਰੇ ਤੋਂ ਪੁੱਛਿਆ, ਇਹਨਾਂ ਨੂੰ ਕ੍ਰਿਮੀਨਲ ਸੀਗਾ
ਉਹ ਹਜੇ ਤੱਕ ਵੀ ਸ਼ਾਇਦ ਮੇਰਾ ਖਿਆਲ ਜਿਹੜਾ ਫਲੋਰ ਦੀ ਜਿਹੜਾ ਸੀਗਾ ਮੇਰਾ ਖਿਆਲ ਕਾਪੀ ਉੱਥੇ ਸ਼ਾਇਦ ਪਈਆਂ ਹੋਣ, ਅਜੇ ਤੱਕ ਵੀ ਇਹਨਾਂ ਨੂੰ ਕ੍ਰਿਮੀਨਲ ਯਾਨੀ ਕਿ ਲਿਖਿਆ ਸੀ। ਮੈਨੂੰ ਨਹੀਂ ਪਤਾ ਵੀ ਜੋ ਕ੍ਰਿਮੀਨਲ ਇਹਨਾਂ ਤੋਂ ਯਾਨੀ ਕਿ ਲੇਬਲ ਲਾ ਤੱਕ ਨਹੀਂ ਲਾਤਾ ਹੈਗਾ। ਸੋ ਮੈਂ ਸਮਝਦਾ ਲਿਆ ਵੀ ਕਿਉਂਕਿ ਉਹਨਾਂ ਦੀ ਇਹ ਸੋਚ ਦੇ ਮੁਤਾਬਕ ਫਿੱਟ ਨਹੀਂ ਸੀ ਬੈਠਦਾ, ਇਸ ਕਰਕੇ ਇਹਨੂੰ ਰੈਕਗਨੀਸ਼ਨ ਨਹੀਂ ਸੀ ਕਰਦੇ। ਇੱਕ ਯਾਨੀ ਕਿ ਬੜੀ ਵਧੀਆ ਗੱਲ ਮੈਂ ਸੁਣੀ ਉਹਦੇ ਵਿੱਚ ਮਨੋਜ ਕੁਮਾਰ ਦੀ ਇੰਟਰਵਿਊ ਸੀ ਸੁਣ ਰਿਹਾ ਮੈਂ, ਉਹ ਕਹਿੰਦਾ ਰਿਹਾ ਭਗਤ ਸਿੰਘ ਜਿਨ ਕਿਹੜਾ ਹੈਗਾ ਉਹਦੀ ਫੋਟੋ ਤੁਸੀਂ ਨੋਟਾਂ 'ਤੇ ਛਾਪਦੇ ਚਾਹੇ ਨਹੀਂ ਛਾਪਦੇ, ਪਰ ਜਿਹੜੇ ਇੰਡੀਆ ਦੇ ਲੋਕ ਹੈਗੇ ਆ ਉਹਨਾਂ ਦੇ ਦਿਲਾਂ 'ਤੇ ਛਪੀ ਹੈ। ਇਹ ਗੱਲ ਬਿਲਕੁਲ ਸੱਚੀ ਹੈ, ਬਿਲਕੁਲ ਸਹੀ ਗੱਲ। ਅਤੇ ਮੈਂ ਸਮਝਦਾ ਲਿਆ ਵੀ ਯਾਨੀ ਕਿ ਜਿਹੜੀ ਸ਼ਹਾਦਤ ਇਸ ਸਾਡੇ ਨੌਜਵਾਨ ਨੇ ਦਿੱਤੀ ਉਸ ਟਾਈਮ 'ਤੇ, ਇਹ ਇਸੇ ਕਰਕੇ ਸ਼ਹੀਦ ਆਜ਼ਮ ਸੀਗਾ। ਉਸ ਟਾਈਮ 'ਤੇ ਜਿੰਨੇ ਵੀ ਸਾਡੇ ਇਨਕਲਾਬੀ ਸੀਗੇ, ਬਿਸਮਿਲ ਸੀਗਾ ਯਾਨੀ ਕਿ ਜਾਂ ਯਾਨੀ ਕਿ ਆਪਾਂ ਆਜ਼ਾਦ ਦੀ ਗੱਲ ਕਰ ਲਈਏ ਯਾਨੀ ਕਿ ਜਾਂ ਹੋਰ ਬਹੁਤ ਸਾਰੇ ਯਾਨੀ ਕਿ ਜਿਹੜੇ ਪਹਿਲਾਂ ਵੀ ਯਾਨੀ ਕਿ ਸਾਡੇ ਉੱਥੇ ਮਰੇ ਹੈਗੇ ਆ, ਆਪਣੇ ਉਹਨਾਂ ਨੇ ਜਾਨਾਂ ਦਿੱਤੀਆਂ, ਸ਼ਹੀਦ ਹੋਏ ਹੈਗੇ ਆ। ਉਹਨਾਂ ਨੇ ਸਾਡੇ ਸ਼ਹੀਦ ਉਸ ਟਾਈਮ 'ਤੇ ਕੋਈ ਗੀਤਾ ਨੂੰ ਯਾਨੀ ਕਿ ਮੰਨਦਾ ਸੀਗਾ, ਕੋਈ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸੀ, ਕੋਈ ਯਾਨੀ ਕਿ ਜਿਹੜਾ ਸੀਗਾ ਕੁਰਾਨ ਨੂੰ ਮੰਨਦਾ ਸੀਗਾ, ਕਿਉਂਕਿ ਮੁਸਲਮਾਨ ਵੀ ਸਾਡੇ ਨਾਲ ਸਾਥੀ ਸੀਗੇ ਇਹਨਾਂ ਦੇ। ਹੀ ਵਾਜ਼ ਓਨਲੀ ਵਨ ਯਾਨੀ ਕਿ ਜਿਹਦੀ ਕਿ ਰੈਸ਼ਨਲ ਅਤੇ ਤਰਕਸ਼ੀਲ ਯਾਨੀ ਕਿ ਜਿਹੜੀ ਸੋਚ ਸੀਗੀ, ਅਤੇ ਹੀ ਵਾਜ਼ ਦਾ ਵਨ ਯਾਨੀ ਕਿ ਸਭ ਤੋਂ ਜ਼ਿਆਦਾ ਪੜ੍ਹਿਆ ਅਤੇ ਗੁੜਿਆ ਵੀ ਸੀਗਾ। ਸੌਰੀ ਟੂ ਇੰਟਰਪਟ। ਹਾਂਜੀ, ਲਾਹੌਰ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਹੈ, ਜੱਦੀ ਘਰ। ਹਾਂਜੀ ਹਾਂਜੀ ਹਾਂਜੀ, ਉਹ ਇੱਕ ਮਿਊਜ਼ੀਅਮ ਦੀ ਤਰ੍ਹਾਂ ਇਸ ਵੇਲੇ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਹਾਲੇ ਭਾਰਤ ਵਿੱਚ ਉਹ ਤਸਵੀਰਾਂ ਨਹੀਂ ਮਿਲਦੀਆਂ ਬਿਲਕੁਲ, ਜਿਹੜੀਆਂ ਉੱਥੇ ਜਿਹੜਾ ਉਹ ਕਿਸੇ ਨੇ ਆਕੂਪਾਈ ਕੀਤਾ। ਮੈਂ ਵੀ ਵੀਡੀਓ ਦੇਖੀ ਹੈਗੀ। ਈਵਨ ਇਹਨਾਂ ਨੇ ਕੋਰਟ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਦਿਨ ਮਨਾਇਆ ਭਗਤ ਸਿੰਘ ਦਾ। ਯਾਨੀ ਕਿ ਮੈਂ ਸਮਝ ਲਿਆ ਵੀ ਇਹ ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ, ਯਾਨੀ ਕਿ ਜਿਹੜੇ ਸਾਡੇ ਸਾਥੀ ਯਾਨੀ ਕਿ ਉੱਥੇ ਇਹ ਕੰਮ ਕਰ ਰਹੇ ਹੈਗੇ ਆ, ਅਤੇ ਇਸ ਗੱਲ ਨੂੰ ਯਾਨੀ ਕਿ ਉਹ ਜਿਹੜਾ ਆਭਾਰ ਵੀ ਰਹੇ ਹੈਗੇ, ਇਹ ਬਹੁਤ ਵਧੀਆ ਗੱਲ। ਸੋ ਕੁਛ ਜਿਹੜੀਆਂ ਗੱਲਾਂ ਹੈਗੀਆਂ, ਜਿੱਦਾਂ ਹੁਣ ਭਗਤ ਚਰਨ ਬੋਹਰਾ ਦੀ ਗੱਲ ਕੀਤੀ ਸੀਗੀ, ਜਿਹਨੂੰ ਦੁਰਗਾ ਭਾਬੀ ਕਹਿੰਦੇ ਹੈਗੇ ਆ, ਅਸੀਂ ਕਈ ਵਾਰੀ ਔਰਤਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਰੋਲ ਉਹਨਾਂ ਉਭਾਰਦੇ ਨਹੀਂ ਹੈ। ਉਹ ਰੀਸੈਂਟਲੀ ਮਰੀ ਹੈ, 92 ਈਅਰ ਓਲਡ ਹੋ ਕੇ ਮਰੀ ਹੈਗੀ ਆ। ਉਹਨੇ ਕਿੰਨਾ ਵੱਡਾ ਰਿਸਕ ਲਿਆ, ਉਹਦੇ ਹਸਬੈਂਡ ਯਾਨੀ ਕਿ ਭਗਤ ਚਰਨ ਬੋਹਰਾ ਯਾਨੀ ਕਿ ਜਿਹੜਾ ਸੀਗਾ, ਉਹਨੇ ਵੀ ਕਿੰਨਾ ਵੱਡਾ ਰਿਸਕ ਲਿਆ। ਉਹ ਯਾਨੀ ਕਿ ਬੰਬ ਸੀ ਬਣਾ ਰਿਹਾ ਤਾਂ ਕਿ ਭਗਤ ਸਿੰਘ ਨੂੰ ਉੱਥੋਂ ਛੁਡਾਇਆ ਜਾ ਸਕੇ, ਅਤੇ ਉਹ ਬੰਬ ਦੀ ਯਾਨੀ ਕਿ ਜਦੋਂ ਟਰਾਇਲ ਸੀ ਕਰ ਰਹੇ ਤੇ ਉਹ ਵਿਚਾਰੇ ਦੀ ਡੈਥ ਹੋ ਗਈ ਉਸ ਟਾਈਮ 'ਤੇ। ਇਹ ਉਹਦੀ ਵਾਈਫ ਸੀ, ਭਗਤ ਚਰਨ ਬੋਹਰਾ ਦੀ ਯਾਨੀ ਕਿ ਵਾਈਫ ਸੀਗੀ ਇਹ ਦੁਰਗਾ ਭਾਬੀ। ਅਤੇ ਦੁਰਗਾ ਭਾਬੀ ਨੇ ਭਗਤ ਸਿੰਘ ਨੂੰ ਜਦੋਂ ਬਾਲ ਕਟਾ ਕੇ ਆਇਆ ਹੈਗਾ, ਉਦੋਂ ਉਹ ਨਹੀਂ ਯਾਨੀ ਕਿ ਇਹਨੂੰ ਪਛਾਣ ਸਕੀ। ਉਹ ਕਹਿੰਦੀ ਵੀ ਹੁਣ ਯਾਨੀ ਕਿ ਮੈਨੂੰ ਜਿਹੜੀ ਇੱਥੇ ਦੀ ਪੁਲਿਸ ਆ ਨਾ ਉਹ ਪਛਾਣ ਨਹੀਂ ਸਕਦੀ। ਗੋਰੇ ਜਿੰਨਾ ਗੋਰੇ ਇੰਨੇ ਤੁਰੇ ਫਿਰਦੇ ਸੀਗੇ, ਇੰਨਾ ਵੱਡਾ ਰਿਸਕ ਲਿਆ। ਭਗਤ ਚਰਨ ਬੋਹਰਾ ਯਾਨੀ ਕਿ ਉਸ ਟਾਈਮ 'ਤੇ ਕਾਨਪੁਰ ਸੀਗਾ, ਉਹ ਯਾਨੀ ਕਿ ਉੱਥੇ ਹੀ ਉਹਨਾਂ ਨੇ ਟ੍ਰੇਨ ਫੜੀ, ਯਾਨੀ ਕਿ ਵੀ ਉੱਥੇ ਚੱਲ ਜਾਣਾ ਹੈਗਾ। ਮੁੰਡੇ ਨੂੰ ਯਾਨੀ ਕਿ ਉਹਦਾ ਮੁੰਡਾ ਬਣਾਇਆ। ਇਹ ਆਪ ਯਾਨੀ ਕਿ ਭਗਤ ਸਿੰਘ ਜਿਹੜਾ ਸੀਗਾ ਦੁਰਗਾ ਭਾਬੀ ਦਾ ਹਸਬੈਂਡ ਬਣਿਆ। ਫਿਰ ਯਾਨੀ ਕਿ ਫਸਟ ਕਲਾਸ ਦੀ ਟ੍ਰੇਨ ਲੈ ਕੇ ਯਾਨੀ ਕਿ ਇਹ ਉੱਥੇ ਗਏ ਹੈ। ਸੋ ਇਹ ਐਡਾ ਵੱਡਾ ਰਿਸਕ ਯਾਨੀ ਕਿ ਲੈਣਾ ਇੱਕ ਔਰਤ ਦਾ, ਉਹ ਇਨਕਲਾਬੀ ਸੀਗੀ, ਪੂਰੀ ਇਨਕਲਾਬੀ ਸੀ। ਅਤੇ ਕਈ ਵਾਰ ਅਸੀਂ ਯਾਨੀ ਕਿਹੜਾ ਹੈਗਾ ਜਿਹੜਾ ਇੰਨੀ ਇੰਪੋਰਟੈਂਸ ਨਹੀਂ ਦਿੰਦੇ ਹੈਗੇ। ਮੈਂ ਸਮਝ ਜਿੰਨੇ ਰਾਜਗੁਰੂ ਸੁਖਦੇਵ ਜਿੰਨੇ ਵੀ ਯਾਨੀ ਕਿ ਸਾਡੇ ਸ਼ਹੀਦ ਹੋਏ ਹੈਗੇ ਆ, ਉਹ ਸਾਰੇ ਸਾਡੇ ਜਿਹੜੇ ਸ਼ਹੀਦ ਹੈਗੇ ਆ ਉਹ ਸਾਡੇ ਸਿਰ ਮੱਥੇ 'ਤੇ ਹੈਗੇ ਆ। ਸਾਨੂੰ ਉਹਨਾਂ ਦੀ ਜਿਹੜੀ ਜੋ ਵੀ ਘਾਲਣਾ ਹੈਗੀ ਆ ਉਹਨੂੰ ਕਦੀ ਵੀ ਕਿਸੇ ਪਾਸੇ ਇਗਨੋਰ ਨਹੀਂ ਕਰਨਾ ਚਾਹੀਦਾ। ਅਤੇ ਸਾਡੇ ਅੱਜ ਦਾ ਕਿ ਜਿਹੜਾ ਯੂਥ ਹੈਗਾ, ਖਾਸ ਕਰਕੇ ਪੰਜਾਬ ਦਾ ਜਿਹੜਾ ਕਿ ਡਰੱਗਿਸਟ ਬਣਿਆ ਹੈਗਾ, ਉਹਨੂੰ ਸਾਡੇ ਇਹੋ ਜਿਹੇ ਅਣਖੀ ਜਿਹੜੇ ਸਾਡੇ ਯੋਧੇ ਹੋਏ ਹੈਗੇ ਉਹਨਾਂ ਦੀਆਂ ਬਾਇਓਗ੍ਰਾਫੀਜ਼ ਪੜ੍ਹਨੀਆਂ ਚਾਹੀਦੀਆਂ। ਉਹਨਾਂ ਕੋਲ ਬਹੁਤ ਕੁਛ ਸਿੱਖਣ ਨੂੰ ਆ, ਬਹੁਤ ਕੁਛ ਸਿੱਖਣ ਨੂੰ। ਮੈਂ ਸਮਝਦਾ ਮੇਰੀ ਜ਼ਿੰਦਗੀ 'ਤੇ ਬਹੁਤ ਵੱਡਾ ਇਹਨਾਂ ਦਾ ਅਸਰ ਹੈਗਾ। ਕਿਉਂਕਿ ਸਿਰਫ ਇਹ ਨਹੀਂ ਵੀ ਉਹਨੇ ਗੋਰਿਆਂ ਨੂੰ ਮੋਰਚੋਂ ਕੱਢਣਾ ਠੀਕ ਸਮਝਿਆ, ਲੇਕਿਨ ਅਗਰ ਤੁਸੀਂ ਉਹਨਾਂ ਦੇ ਡਿਸਿਪਲਿਨ ਦੀ ਗੱਲ ਕਰੋ, ਹਾਂ ਉਹਨਾਂ ਦੇ ਕਿਰਦਾਰ ਦੀ ਗੱਲ ਕਰੋ ਸਮਾਜ ਦੇ ਵਿੱਚ, ਤਾਂ ਬਹੁਤ ਕੁਛ ਸਿੱਖਦੇ ਉਹਨਾਂ ਕੋਲ। ਬਿਲਕੁਲ ਸਿਰਫ ਇਹੀ ਨਹੀਂ ਬੰਬ ਰੱਖਿਆ ਤੇ ਫਾਂਸੀ ਹੋ ਗਈ। ਨਾ, ਇਹ ਵੀ ਉਹਨਾਂ ਦੀ ਸਟ੍ਰੈਟਜੀ ਸੀਗੀ ਲੈ ਵੀ ਅਸੀਂ ਲੋਕਾਂ ਨੂੰ ਕਿੱਦਾਂ ਜਗਾਈਏ, ਵੀ ਲੋਕਾਂ ਨੂੰ ਸੁੱਤੇ ਪਏ ਹੈਗੇ, ਲੋਕਾਂ ਨੂੰ ਜਗਾਇਆ ਕਿੱਦਾਂ ਜਾਵੇ। ਈਵਨ ਜਿੱਦਾਂ ਤੁਸੀਂ ਹੁਣ ਜਿਹੜੀ ਗੱਲ ਕੀਤੀ ਹੈਗੀ ਕਿਰਦਾਰ ਦੀ ਗੱਲ ਕੀਤੀ, ਆਪਣਾ ਟਾਈਮ ਨਹੀਂ ਜ਼ਿਆਦਾ ਹੈਗਾ। ਈਵਨ ਜਦੋਂ ਇਹਨਾਂ ਨੂੰ ਫੰਡ ਦੀ ਵੀ ਜਿਹੜੀ ਸੀਗੀ ਲੋੜ ਪੈਂਦੀ ਸੀ, ਅਤੇ ਕਰਤਾਰ ਸਿੰਘ ਸਰਾਭਾ ਦੀ ਗੱਲ ਕਰ ਰਹੇ ਹੈਗੇ ਆ, ਅਤੇ ਉਹ ਡਾਕਾ ਮਾਰਨ ਕਿਤੇ ਗਏ, ਅਤੇ ਇਹਨਾਂ ਦਾ ਸਾਥੀ ਯਾਨੀ ਕਿ ਇੱਕ ਸੀਗਾ, ਅਤੇ ਉਹ ਉੱਥੇ ਉਹਨਾਂ ਦੀ ਲੜਕੀ ਦੇ ਸਵੇਰ ਨੂੰ ਵਿਆਹ ਸੀਗਾ ਜਾਂ ਯਾਨੀ ਕਿ ਵਿਆਹ ਹੋਣਾ ਸੀਗਾ, ਅਤੇ ਉਹਦੇ ਕਹਿੰਦੇ ਚੂੜਾ ਸੀ ਪਾਇਆ, ਸਭ ਕੁਝ ਤਿਆਰ ਕੀਤਾ, ਅਤੇ ਉਹਨੇ ਕਿਤੇ ਇਹਦਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਅਤੇ ਇਹਨੇ ਕਰਤਾਰ ਸਿੰਘ ਸਰਾਭੇ ਨੇ ਪਿਸਤੌਲ ਕੱਢ ਲਿਆ ਉਸ ਟਾਈਮ 'ਤੇ। ਉਹ ਕਹਿੰਦਾ ਵੀ ਗੋਲੀ ਨਾਲ ਡਾ ਦੂੰ ਤੈਨੂੰ ਮੈਂ। ਇਸ ਕਰਕੇ ਯਾਨੀ ਕਿ ਕਿਰਦਾਰ ਜਿਹੜਾ ਹੈਗਾ ਸਾਡੇ ਬੰਦਿਆਂ ਦਾ, ਉਹ ਕਹਿੰਦੇ ਸਾਡੀ ਮਜਬੂਰੀ ਹੈ ਵੀ ਅਸੀਂ ਇਹ ਕੰਮ ਕਰ ਰਹੇ ਹੈਗੇ ਹਾਂ, ਅਦਰਵਾਈਜ਼ ਵੀ ਵਿਲ ਨਾਟ ਡੂ ਦਿਸ। ਸੋ ਮੈਂ ਮਹਿਸੂਸ ਇਹ ਕਰਦਾ ਹੈਗਾ ਵੀ ਜਦੋਂ ਅਸੀਂ ਉਹਨਾਂ ਦਾ ਐਜ਼ ਏ ਕਰੈਕਟਰ ਵਾਈਜ਼ ਦੇਖਦੇ ਹੈਗੇ, ਉਹਨਾਂ ਦੀ ਮੋਰਲਸ ਦੇਖਦੇ ਹੈਗੇ ਹਾਂ, ਅਤੇ ਉਹਨਾਂ ਦੀ ਜਿਹੜੀ ਸੁਹਿਰਦਤਾ ਹੈਗੀ ਆ ਜਾਂ ਕਮਿਟਮੈਂਟ ਹੈਗੀ ਆ ਆਮ ਲੋਕਾਂ ਦੇ ਨਾਲ, ਗਰੀਬ ਜਨਤਾ ਦੇ ਨਾਲ, ਤੁਸੀਂ ਉਹਨਾਂ ਤੋਂ ਕਦੀ ਵੀ ਇਨਕਾਰ ਨਹੀਂ ਕਰ ਸਕਦੇ। ਉਹਨਾਂ ਤੋਂ ਬਹੁਤ ਕੁਛ ਲਰਨ ਕਰਨ ਵਾਲਾ ਹੈਗਾ। ਮੈਂ ਉਹਨਾਂ ਤੋਂ ਐਵਰੀ ਡੇ ਲਰਨ ਕਰਦਾ ਹੈਗਾ। ਮੈਂ ਸਮਝਦਾ ਵੀ ਉਹ ਬਹੁਤ ਵਧੀਆ ਮਨੁੱਖ ਸੀਗੇ, ਬਹੁਤ ਵਧੀਆ ਇਨਸਾਨ ਸੀ। ਸੋ ਇਨਸਾਨੀਅਤ ਉਹਨਾਂ ਵਿੱਚ ਕੁੱਟ ਕੇ ਭਰੀ ਸੀ। ਇਹੀ ਯਾਨੀ ਕਿ ਅੱਜ ਦਾ ਮੈਸੇਜ ਹੈਗਾ, ਜੇ ਤੁਹਾਡੇ 'ਚ ਇਨਸਾਨੀਅਤ ਨਹੀਂ ਹੈਗੀ ਤਾਂ ਤੁਸੀਂ ਕੁਛ ਵੀ ਨਹੀਂ ਹੈਗੇ। ਡਾਕਟਰ ਸਾਹਿਬ ਅੱਜ ਤਾਂ ਇੰਨਾ ਹੀ
ਐਕਚੁਅਲੀ ਆਪਣਾ ਜਿਹੜਾ ਪ੍ਰੋਗਰਾਮ ਬਹੁਤ ਲੰਬਾ ਸੀਗਾ ਹਾਂਜੀ ਹਾਂਜੀ ਤੇ ਕੁਝ ਹਾਲਾਤਾਂ ਕਰਕੇ ਵੀ ਆਪਾਂ ਨੂੰ ਸ਼ੂਟ ਕਰਨਾ ਪਿਆ ਤੇ ਵੈਸੇ ਵੀ ਆਪਾਂ ਆਉਣ ਵਾਲੇ ਟਾਈਮ 'ਚ ਆਪਾਂ ਗੱਲਬਾਤ ਕਰਦੇ ਰਹਾਂਗੇ ਇਹਦੇ ਬਾਰੇ 'ਚ। ਬਿਲਕੁਲ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਵਾਰੀ ਜਾਣ ਤੋਂ ਪਹਿਲੇ ਫਿਰ ਰਿਮਾਈਂਡਰ, ਕੱਲ੍ਹ ਨੂੰ ਜਿਹੜਾ ਪ੍ਰੋਟੈਸਟ ਹੋ ਰਿਹਾ ਕਾਸਟ UK ਔਰ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਮੈਨੂੰ ਸਤਪਾਲ ਮੰਮਨ ਵੱਲੋਂ ਇਨਫੋਰਮੇਸ਼ਨ ਆਈ ਸੀਗੀ ਕਿ ਬਈ ਸਾਰੇ ਉੱਥੇ ਪਹੁੰਚਣ ਤੇ ਉਸ ਪ੍ਰੋਟੈਸਟ ਨੂੰ ਕਾਮਯਾਬ ਕਰਨ ਵਿੱਚ ਤੁਹਾਡਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ। ਤੇ ਆਪਾਂ ਮਿਲਾਂਗੇ ਅਗਲੇ ਹਫਤੇ। ਬਾਕੀ ਮੈਂ ਧੰਨਵਾਦ ਕਰ ਜਾਵਾਂ ਜਿੰਨੇ ਵੀ ਸਾਡੇ ਕਾਲਰ ਆਏ ਆ, ਸਾਡੇ ਟੈਕਨੀਸ਼ੀਅਨਸ, ਮੁੰਡਾ ਬਹੁਤ ਵਧੀਆ ਔਰ ਬਾਕੀ ਸਾਰੇ ਜਿਹੜਾ ਸਟਾਫ ਆ ਸਾਡਾ ਬੜਾ ਹੈਲਪਫੁੱਲ ਆ। ਤੇ ਅਸੀਂ ਸ਼ਰਧਾਂਜਲੀ ਭੇਟ ਵੀ ਕਰਨੀ ਚਾਹੁੰਦੇ ਹਾਂ ਨਿਸ਼ਾ ਵਾਲਮੀਕੀ ਨੂੰ ਤੇ ਉਹਦਾ ਦਰਦ ਮਹਿਸੂਸ ਕਰਦੇ ਹਾਂ। ਤੇ ਜਿਹੜਾ ਦਰਦ ਮਹਿਸੂਸ ਕਰਦਾ, ਕੱਲ੍ਹ ਨੂੰ ਸਾਡਾ ਪ੍ਰੋਗਰਾਮ ਦੇਖਣਾ ਨਾ ਭੁੱਲਿਓ। 12 ਤੋਂ ਲੈ ਕੇ 2 ਵਜੇ, 12:30 ਤੋਂ ਲੈ ਕੇ 2 ਵਜੇ ਤੱਕ ਅਸੀਂ ਦੋਨੇ ਵੀਰ ਪ੍ਰੋਗਰਾਮ ਕਰਾਂਗੇ। ਇਹ 'ਤੇ ਵਿਚਾਰਾਂ ਹੋਣਗੀਆਂ। ਆਪਣਾ ਰੱਖੋ ਖਿਆਲ। ਤੇ ਬਾਕੀ ਸਾਂਝੀਆਂ ਵਿਚਾਰਾਂ ਪ੍ਰੋਗਰਾਮ ਅਗਲੇ ਹਫਤੇ ਫਿਰ ਇਸ ਤਰ੍ਹਾਂ ਦੇਖਿਓ। ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਅਗਲੇ ਹਫਤੇ। ਜੈ ਭੀਮ, ਜੈ ਗੁਰਦੇਵ।